ਗੁਜਰਾਂਵਾਲੇ ਸ਼ਹਿਰ ਦੇ ਵਿੱਚ ਜੋ ਕਿ ਲਾਹੌਰ ਤੋਂ ਉਹ 80 ਕਿਲੋਮੀਟਰ ਦੂਰੀ ਤੇ ਹੈ। ਆਪ ਜੀ ਦਾ ਜੋ ਪੁਰਾਣਾ ਘਰ ਹੈ ਅੱਜ ਉਹ ਉੱਥੇ ਬਹੁਤ ਸਾਰੇ ਪਰਿਵਾਰ ਰਹਿ ਰਹੇ ਹਨ। ਕੁਝ ਏਰੀਆ ਅਜੇ ਵੀ ਖਾਲੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਜਰਾਂਵਾਲੀ ਜੀ ਜੋ ਡਿਵੀਜ਼ਨ ਹੈ ਉਹ ਉਸ ਤੋਂ ਉੱਪਰ ਕੰਮ ਕਰਨ ਵਾਸਤੇ ਜਾ ਰਹੀ ਹੈ। ਮਹਾਰਾਜਾ ਦਾ ਜੋ ਪਿਤਾ ਜੀ ਸਨ ਉਹ ਬਹੁਤ ਪ੍ਰਭਾਵ ਸ਼ਖਸੀਅਤ ਸਨ। ਉਹਨਾਂ ਦਾ ਬਹੁਤ ਆਦਰ ਸੀ, ਮਾਣ ਸੀ, ਸਤਿਕਾਰ ਸੀ ਗੁਜਰਾਂਵਾਲੇ ਦੇ ਵਿੱਚ। ਔਰ ਮਹਾਰਾਜਾ ਜੀ ਦੇ ਜੋ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਤਲਵਾਰ ਚਲਾਣੀ ਔਰ ਉਹਨਾਂ ਨੂੰ ਘੋੜਸਵਾਰੀ, ਤੀਰ ਅੰਦਾਜ਼ੀ, ਇਹ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਹੀ ਸਭ ਕੁਝ ਮਿਲਿਆ ਸੀ। ਪਰ ਜੋ ਗੁਜਰਾਂਵਾਲਾ ਹੈ ਇਹ ਸਿੱਖਾਂ ਦਾ ਗੜ੍ਹ ਗਿਣਿਆ ਜਾਂਦਾ ਸੀ ਕਿ ਮਹਾਰਾਜਾ ਜੀ ਰਣਜੀਤ ਸਿੰਘ ਦੇ ਸਮੇਂ ਵੀ ਔਰ ਉਸ ਤੋਂ ਬਾਅਦ ਵੀ 1947 ਤੱਕ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਗੁਜਰਾਂਵਾਲੇ 'ਚ ਰਹਿੰਦੀ ਸੀ। ਸਿਰਫ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਨਾਲ ਰਲ ਕੇ ਕਈ ਵਾਰੀ ਲੜਾਈਆਂ ਲੜੀਆਂ ਸਨ ਜਿਹਦੇ 'ਚ ਉਹਨਾਂ ਨੂੰ ਫਤਹ ਹੋਈ ਸੀਗੀ। 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਚੀਚਕ ਦੀ ਬਿਮਾਰੀ ਕਾਰਨ ਉਹਨਾਂ ਦੀ ਇੱਕ ਅੱਖ ਜੋ ਸੀ ਉਹ ਡੈਮੇਜ ਹੋ ਗਈ ਸੀ, ਜ਼ਾਇਆ ਹੋ ਗਈ ਸੀਗੀ। ਮਹਾਰਾਜਾ ਜਿਸ ਨੂੰ ਪਿਆਰ ਕਰਦੇ ਸਨ ਉੱਥੇ ਨਾਲ ਹੀ ਨਾਲ ਹਿੰਦੂ ਧਰਮ ਔਰ ਮੁਸਲਮਾਨ ਜੋ ਵੀਰ ਨੇ ਉਹ ਬਰਾਬਰ ਦੇ ਇਸ ਰਾਜ ਨੂੰ ਵਧਾਉਣ ਦੇ ਵਿੱਚ, ਇਸ ਰਾਜ ਨੂੰ ਵਿਸ਼ਾਲ ਕਰਨ ਦੇ ਵਿੱਚ ਬਰਾਬਰ ਦੇ ਸ਼ਰੀਕ ਸਨ। ਉਹ ਲੜਾਈ ਲੜੀ ਔਰ ਆਪ ਜੀ ਨੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਲਾਹੌਰ ਫਤਹ ਕੀਤਾ ਔਰ ਲਾਹੌਰ ਦੇ ਤਖਤ ਤੇ ਬਿਰਾਜਮਾਨ ਹੋ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਚੈਨਲ। ਮੈਂ ਹਾਂ ਚਰਨਜੀਤ ਕੌਰ ਯੂਕੇ ਤੋਂ। ਅੱਜ ਅਸੀਂ ਇੱਕ ਬੜੀ ਹੀ ਮਹਾਨ ਸ਼ਖਸੀਅਤ ਦੇ ਬਾਰੇ ਗੱਲ ਕਰਨ ਚੱਲੇ ਹਾਂ, ਜਿਸਦਾ ਰਾਜ ਹੁੰਦਾ ਸੀ, ਜਿਹਦਾ ਤਖਤ ਹੁੰਦਾ ਸੀ ਤੇ ਜਿਸਦਾ ਰਾਜ ਤੇ ਤਖਤ ਦਾ ਮੁਨਾਰਾ ਕੁਝ ਹੋਰ ਹੀ ਸੀ, ਚਾਨਣ ਤੇ ਰੋਸ਼ਨਾਈ ਸੀ। ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ, ਕਹਿੰਦੇ ਜਿਹੜੀ ਸਿਵਾ ਹੁੰਦਾ ਨਾ, ਜਦੋਂ ਬੰਦਾ ਇਨਸਾਨ ਮਰਦਾ ਤੇ ਉਹਦੀ ਜਿਹੜੀ ਅਗਨੀ ਹੁੰਦੀ ਉਹ ਠੰਡੀ ਨਹੀਂ ਹੁੰਦੀ। ਕਹਿੰਦਾ ਸਿਵਾ ਸੂਰਮੇ ਦਾ ਠੰਡਾ ਵੀ ਨਾ ਹੋਇਆ ਸੀ, ਪਾਣੀ ਹੰਝੂਆਂ ਦਾ ਜ਼ਮੀਂ ਤੇ ਖਲੋਇਆ ਸੀ, ਪਰ ਸਬਰ ਗਦਾਰਾਂ ਤੋਂ ਨਾ ਹੋਇਆ ਸੀ, ਲਾਤੀ ਤੋਖਿਆਂ ਦੀ। ਕਾਦਾ ਰਣਜੀਤ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਕਾਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਸਿਵਾ ਸੂਰਮੇ ਦਾ ਠੰਡਾ ਵੀ ਨਾ ਹੋਇਆ ਸੀ, ਪਾਣੀ ਹੰਝੂਆਂ ਦਾ ਜ਼ਮੀਂ ਤੇ ਖਲੋਇਆ ਸੀ, ਪਰ ਸਬਰ ਗਦਾਰਾਂ ਤੋਂ ਨਾ ਹੋਇਆ ਸੀ, ਲਾਤੀ ਤੋਖਿਆਂ ਦੀ ਚੜੀ, ਟੁੱਟੀ ਏਕਤਾ ਦੀ ਲੜੀ, ਮੋਤੀ ਰੱਖ ਤੇ ਖਿੰਡਾ ਕੇ ਸਿੱਖਾਂ ਰਾਜ ਦੇ। ਕਾਦਾ ਰਣਜੀਤ ਸਿੰਘ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਕਾਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ, ਜਿਹਦਾ ਇੱਕ ਬੜਾ ਹੀ ਵਧੀਆ ਰਾਜ ਸੀ, ਜਿਸ ਰਾਜ ਦੀਆਂ ਧੁੰਮਾਂ ਇੰਗਲੈਂਡ ਤੱਕ, ਕਾਬਲ, ਕੰਧਾਰ ਤੇ ਇੰਗਲੈਂਡ ਤੱਕ ਪੈ ਗਈਆਂ। ਉਸ ਰਾਜ ਦੀ ਜਿੰਨੀ ਵਧੀਆ ਸ਼ਾਨ ਸ਼ੌਕਤ ਸੀ, ਜਿੰਨਾ ਸੁੱਖ ਸੀ ਉਸ ਰਾਜ ਦੇ ਵਿੱਚ, ਅੱਜ ਦੇ ਜਿੰਨੇ ਰਾਜ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ, ਕਿਸੇ ਤੋਂ ਸੁੱਖ ਉਹ ਚੈਨ ਨਹੀਂ ਮਿਲ ਰਿਹਾ। ਤੇ ਇਸ ਬਾਬਤ ਸਾਡੇ ਨਾਲ ਅੱਜ ਗੱਲ ਕਰਨਗੇ ਲਾਹੌਰ ਤੋਂ, ਕਿਉਂਕਿ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ ਤੇ ਆਪਾਂ ਲਾਹੌਰ ਚੱਲਦੇ ਹਾਂ। ਤੇ ਲਾਹੌਰ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਦਇਆ ਸਿੰਘ, ਜੋ ਕਿ ਹੈੱਡ ਗ੍ਰੰਥੀ ਨਨਕਾਣਾ ਸਾਹਿਬ ਦੇ ਹਨ ਤੇ ਅੱਜ ਉਹ ਲਾਹੌਰ ਦੇ ਵਿੱਚ ਹਨ। ਆਪਾਂ ਇਹਨਾਂ ਦਾ ਪੰਜਾਬੀ ਵਿਰਾਸਤ ਤੇ ਸਵਾਗਤ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਤੇ ਬਾਕੀ ਦੀ ਗੱਲਬਾਤ ਆਪਾਂ ਇਹਨਾਂ ਪਾਸੋਂ ਸੁਣਦੇ ਹਾਂ। ਆਓ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਭਾਈ ਦਇਆ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਵਿਰਾਸਤ ਚੈਨਲ ਤੇ। ਧੰਨਵਾਦ। ਸੋ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ। ਉਸ ਸੂਰਮੇ ਨੂੰ ਕੋਟਾਨ ਕੋਟਾਨ ਪ੍ਰਣਾਮ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਜਨਮ ਵੀ ਗੁਜਰਾਂਵਾਲੇ ਪਾਕਿਸਤਾਨ ਵਿੱਚ ਹੋਇਆ ਤੇ ਤੁਸੀਂ ਵੀ ਇਸ ਸਮੇਂ ਪਾਕਿਸਤਾਨ ਦੇ ਸ਼ਹਿਰ ਵਿੱਚ ਹੋ। ਦੱਸੇ ਜਾਏ ਕਿ ਮਹਾਰਾਜਾ ਰਣਜੀਤ ਦਾ ਜਨਮ ਕਹਿੰਦੇ ਨੇ 1780 ਈਸਵੀ ਵਿੱਚ ਗੁਜਰਾਂਵਾਲੇ ਪਾਕਿਸਤਾਨ ਵਿੱਚ ਹੋਇਆ। ਪਿਤਾ ਦਾ ਨਾਂ ਸਰਦਾਰ ਮਾਨ ਸਿੰਘ ਸੀ, ਜੋ ਸੁਕਰਚਾ ਮਿਸਲ ਦਾ ਸਰਦਾਰ ਸੀ
ਤੇ ਇਹਦੇ ਉੱਪਰ ਜਿਹੜੀ ਆਪਾਂ ਗੱਲਾਂ ਕਰੀਏ ਕਿ ਕਿਹੋ ਜਿਹਾ ਰਾਜ ਸੀ ਤੇ ਕਦੋਂ ਉਹਨੇ ਰਾਜ ਗੱਦੀ ਤੇ ਉਹ ਬੈਠਿਆ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਇਸ ਸਮੇਂ ਲਾਹੌਰ ਵਿੱਚੋਂ, ਪਹਿਲੇ ਲਾਹੌਰ ਦੇ ਦੱਸੋ ਕਿ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀ ਤਾਲੁਕਾਤ ਨੇ, ਕਿਹੋ ਜਿਹੇ ਸੰਬੰਧ ਸੀ ਕਿ ਤੁਸੀਂ ਅੱਜ ਉੱਥੇ ਉਹਨਾਂ ਦੀ ਬਰਸੀ ਮਨਾ ਰਹੇ ਹੋ। ਸਮੁੱਚੇ ਸਰੋਤਿਆਂ ਨਾਲ ਫਿਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਉਸ ਮਹਾਰਾਜਾ ਦੇ ਗੱਲ ਕਰਨ ਆਪਾਂ ਜਾ ਰਹੇ ਹਾਂ ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਮਿਲਿਆ। ਆਪ ਦਾ ਜਨਮ 13 ਨਵੰਬਰ 1780 ਨੂੰ ਮਹਾਂ ਸਿੰਘ ਦੇ ਗ੍ਰਹਿ ਵਿਖੇ ਹੋਇਆ, ਗੁਜਰਾਂਵਾਲੇ ਸ਼ਹਿਰ ਦੇ ਵਿੱਚ, ਜੋ ਕਿ ਲਾਹੌਰ ਤੋਂ ਉਹ 80 ਕਿਲੋਮੀਟਰ ਦੂਰੀ ਤੇ ਹੈ। ਆਪ ਜੀ ਦਾ ਜੋ ਪੁਰਾਣਾ ਘਰ ਹੈ, ਅੱਜ ਉਹ ਉੱਥੇ ਬਹੁਤ ਸਾਰੇ ਪਰਿਵਾਰ ਰਹਿ ਰਹੇ ਹਨ। ਕੁਝ ਏਰੀਆ ਅਜੇ ਵੀ ਖਾਲੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਜਰਾਂਵਾਲੀ ਜੀ ਜੋ ਡਿਵੀਜ਼ਨ ਹੈ ਉਹ ਉਸ ਉੱਪਰ ਕੰਮ ਕਰਨ ਵਾਸਤੇ ਜਾ ਰਹੀ ਹੈ। ਸੋ ਉਹ ਬਹੁਤ ਤਾਰੀਖੀ ਕਿਲਾ ਹੈ, ਤਾਰੀਖੀ ਘਰ ਹੈ ਔਰ ਬਹੁਤ ਸੁੰਦਰ ਉਹਨਾਂ ਦਾ ਜਨਮ ਸਥਾਨ ਜਿਹੜਾ ਉਹ ਹੈ ਉਹ ਬਣਿਆ ਹੋਇਆ ਹੈ। ਜੀ ਮਹਾਰਾਜਾ ਦਾ ਜੋ ਪਿਤਾ ਜੀ ਸਨ ਉਹ ਬਹੁਤ ਪ੍ਰਭਾਵ ਸ਼ਖਸੀਅਤ ਸਨ। ਉਹਨਾਂ ਦਾ ਬਹੁਤ ਆਦਰ ਸੀ, ਮਾਣ ਸੀ, ਸਤਿਕਾਰ ਸੀ ਗੁਜਰਾਂਵਾਲੇ ਦੇ ਵਿੱਚ। ਔਰ ਮਹਾਰਾਜਾ ਜੀ ਦੇ ਜੋ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਤਲਵਾਰ ਚਲਾਣੀ ਔਰ ਉਹਨਾਂ ਨੂੰ ਘੋੜਸਵਾਰੀ, ਤੀਰ ਅੰਦਾਜ਼ੀ, ਇਹ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਹੀ ਸਭ ਕੁਝ ਮਿਲਿਆ ਸੀ। ਜੀ ਸਿਰਫ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਨਾਲ ਰਲ ਕੇ ਕਈ ਵਾਰੀ ਲੜਾਈਆਂ ਲੜੀਆਂ ਸਨ, ਜਿਹਦੇ 'ਚ ਉਹਨਾਂ ਨੂੰ ਫਤਹ ਹੋਈ ਸੀਗੀ। 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਚੀਚਕ ਦੀ ਬਿਮਾਰੀ ਕਾਰਨ ਉਹਨਾਂ ਦੀ ਇੱਕ ਅੱਖ ਜੋ ਸੀ ਉਹ ਡੈਮੇਜ ਹੋ ਗਈ ਸੀ, ਜ਼ਾਇਆ ਹੋ ਗਈ ਸੀਗੀ। ਜੀ ਜੀ ਔਰ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਛੋਟੀ ਉਮਰ ਦੇ ਵਿੱਚ ਲਾਹੌਰ ਦੇ ਜੋ ਤਾਜਰ ਸਨ, ਲਾਹੌਰ ਦੇ ਜੋ ਛੋਟੇ ਮੋਟੇ ਰਾਜੇ ਸਨ, ਉਹਨਾਂ ਦੀ ਅਪੀਲ ਤੇ ਲਾਹੌਰ ਆਏ ਔਰ ਉਹਨਾਂ ਨੇ ਉਹ ਲੜਾਈ ਲੜੀ ਔਰ ਆਪ ਜੀ ਨੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਲਾਹੌਰ ਫਤਹ ਕੀਤਾ ਔਰ ਲਾਹੌਰ ਦੇ ਤਖਤ ਤੇ ਬਿਰਾਜਮਾਨ ਹੋ ਗਏ ਸਨ। ਇਹ ਤਾਰੀਖ ਦੇ ਵਿੱਚ ਲਿਖਿਆ ਜਾਏਗਾ ਕਿ ਇੱਕ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇਸ ਲਾਹੌਰ ਦਾ ਜੋ ਸੀ ਇਕਤਦਾਰ ਸੰਭਾਲਿਆ। ਉਸ ਸਮੇਂ ਜੋ ਲਾਹੌਰ ਸੀ ਇਹ ਪੰਜਾਬ ਦੀ ਰਾਜਧਾਨੀ ਸੀ। ਅੱਜ ਵੀ ਲਹਿੰਦੇ ਪੰਜਾਬ ਦੀ ਜੋ ਰਾਜਧਾਨੀ ਹੈ ਉਹ ਲਾਹੌਰ ਹੈ, ਕਿਉਂਕਿ ਹੁਣ ਵੰਡ ਹੋਣ ਕਰਕੇ ਇਹ ਲਾਹੌਰ ਪਾਕਿਸਤਾਨ ਦੇ ਵਿੱਚ ਆ ਗਿਆ ਹੈ ਔਰ ਪੰਜਾਬ ਦਾ ਕੁਝ ਏਰੀਆ ਪਾਕਿਸਤਾਨ ਦੇ ਵਿੱਚ ਆ ਗਿਆ, ਜਿੰਦਾ ਅੱਜ ਵੀ ਲਾਹੌਰ ਜੋ ਉਹਦੀ ਰਾਜਧਾਨੀ ਹੈ। ਪਰ ਜੋ ਗੁਜਰਾਂਵਾਲਾ ਹੈ ਇਹ ਸਿੱਖਾਂ ਦਾ ਗੜ੍ਹ ਗਿਣਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਔਰ ਉਸ ਤੋਂ ਬਾਅਦ ਵੀ 1947 ਤੱਕ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਗੁਜਰਾਂਵਾਲੇ 'ਚ ਰਹਿੰਦੀ ਸੀ। ਜੀ ਸੋ ਜੋ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾ ਰਹੇ ਹਾਂ। ਔਰ ਸਾਧ ਸੰਗਤ ਜੀ, ਜੋ ਸੰਗਤਾਂ ਹਿੰਦੁਸਤਾਨ ਦੀ ਧਰਤੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਅਧੀਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਮਰਦਾਨਾ ਸੁਸਾਇਟੀ ਦੇ ਜੋ ਕਾਫੀ ਜੋ ਸੰਗਤਾਂ ਹਨ, 421 ਦੇ ਜੋ ਕਰੀਬ ਜੋ ਸੰਗਤਾਂ ਹਨ ਹਿੰਦੁਸਤਾਨ ਦੀ ਧਰਤੀ ਤੋਂ 21 ਤਰੀਕ ਵਾਲੇ ਦਿਨ ਵਾਘਾ ਬਾਰਡਰ ਕ੍ਰਾਸ ਕਰਕੇ ਨਨਕਾਣਾ ਸਾਹਿਬ ਪਹੁੰਚਿਆ ਸਨ। 22 ਤਰੀਕ ਵਾਲੇ ਦਿਨ ਮਹਾਰਾਜੇ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਨਨਕਾਣਾ ਸਾਹਿਬ ਵਿਖੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਸੀਗੀ ਔਰ ਇਹਨਾਂ ਸੰਗਤਾਂ ਨੇ 22 ਤਰੀਕ ਵਾਲੇ ਦਿਨ ਲਾਹੌਰ ਨਨਕਾਣਾ ਸਾਹਿਬ ਦੇ ਵਿੱਚ ਜੋ 7 ਹੋਰ ਗੁਰੂ ਸਥਾਨ ਹਨ ਤਿੰਨਾਂ ਦੇ ਦਰਸ਼ਨ ਕੀਤੇ ਔਰ ਸ਼ਹਿਰ ਦੇ ਵਿੱਚ ਉਹਨਾਂ ਨੇ ਕੁਝ ਛੋਟੀ ਮੋਟੀ ਸ਼ਾਪਿੰਗ ਵੀ ਕੀਤੀ। 23 ਤਰੀਕ ਵਾਲੇ ਦਿਨ ਇਹਨਾਂ ਸੰਗਤਾਂ ਨੂੰ ਉਹਨਾਂ ਦੀ ਸਪੈਸ਼ਲ ਬੱਸਾਂ ਦੇ ਵਿੱਚ ਗੁਰਦੁਆਰਾ ਸੱਚਾ ਸੌਦਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ ਔਰ ਜਿੱਥੇ ਮੇਰੇ ਗੁਰੂ ਨਾਨਕ ਨੇ ਪਹਿਲੀ ਵਾਲੀ ਲੰਗਰ ਦੀ ਜੋ ਸੇਵਾ ਨਿਭਾਈ ਸੀਗੀ, ਉੱਥੇ ਸਮੁੱਚੇ ਸੰਗਤਾਂ ਨੂੰ ਲੰਗਰ ਦੀ ਛਕਾਣ ਉਪਰੰਤ ਇਹ ਸੰਗਤਾਂ ਵਾਪਸ ਨਨਕਾਣਾ ਸਾਹਿਬ ਪਹੁੰਚ ਗਈਆਂ ਸਨ। 24 ਤਰੀਕ ਵਾਲੇ ਦਿਨ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਇਹ ਸਾਰੀਆਂ ਸੰਗਤਾਂ ਸਪੈਸ਼ਲ ਬੱਸਾਂ ਰਾਹੀਂ ਇਹ ਪੰਜਾ ਸਾਹਿਬ ਗੁਰਦੁਆਰੇ ਨੂੰ ਚਲੇ ਗਈਆਂ ਸਨ। 26 ਤਰੀਕ ਵਾਲੇ ਦਿਨ ਭੋਗ ਪਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। 24 ਤਰੀਕ ਵਾਲੇ ਦਿਨ ਭੋਗ ਉਪਰੰਤ ਇਹ ਸੰਗਤਾਂ ਲਾਹੌਰ ਪਹੁੰਚ ਗਈਆਂ। 27 ਤਰੀਕ ਵਾਲੇ ਦਿਨ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਔਰ ਇਹ ਜੋ ਸੰਗਤਾਂ ਸਨ ਇਹਨਾਂ ਨੂੰ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਭੇਜ ਦਿੱਤਾ ਗਿਆ। 27 ਤਰੀਕ ਵਾਲੇ ਦਿਨ ਦੀ ਜੋ ਸਟੇ ਸੀ ਇਹਨਾਂ ਦੀ ਰਾਤ ਦੀ, ਉਹ ਕਰਤਾਰਪੁਰ ਸਾਹਿਬ ਵਿਖੇ ਇਹਨਾਂ ਸੰਗਤਾਂ ਨੇ ਸਟੇ ਕੀਤਾ। 28 ਤਰੀਕ ਵਾਲੇ ਦਿਨ ਇਹ ਜੋ ਸੰਗਤਾਂ ਸਨ ਇਹ ਅਹਿਮਦਾਬਾਦ ਭਾਈ ਲਾਲੋ ਜੀ ਦੇ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਵਾਪਸ ਲੌਟ ਪਹੁੰਚੇ ਸਨ। ਅੱਜ ਇਹ ਸੰਗਤਾਂ ਲਾਹੌਰ ਦੇ ਮੌਜੂਦ ਹਨ। ਥੋੜੀ ਦੇਰ ਪਹਿਲੇ
ਸਾਹਿਬ 'ਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਔਰ ਇਸ ਦੇ ਵਿੱਚ ਜੋ ਸਾਡੇ ਉਚੇਚੇ ਪ੍ਰਾਹੁਣੇ ਸਾਡੇ ਡਿਪਟੀ ਸੈਕਟਰੀ, ਐਡੀਸ਼ਨਲ ਸੈਕਟਰੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੀ, ਚੇਅਰਮੈਨ ਅਵਾਕੂ ਟਰੱਸਟ ਪ੍ਰਾਪਰਟੀ ਬੋਰਡ ਅਤੇ ਹੋਰ ਜੋ ਉਚੇਚੇ ਪ੍ਰਾਹੁਣੇ ਆਏ ਸਨ, ਤਿਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਔਰ ਇਸ ਤਰ੍ਹਾਂ ਜੋ ਇਹ ਪ੍ਰੋਗਰਾਮ ਹੈ ਆਪਣੇ ਇਖਤਤਾਮ ਵਾਲੇ ਪਾਸੇ ਤੁਰਿਆ। ਇਹ ਜੋ ਸੰਗਤਾਂ ਹਨ ਇਹ ਕੱਲ 30 ਤਰੀਕ ਵਾਲੇ ਦਿਨ ਭਾਰਤ ਦੇਸ਼ ਨੂੰ ਵਾਪਸ ਚਲੇ ਜਾਣਗੀਆਂ। ਸਾਧ ਸੰਗਤ ਜੀ, ਜਿੱਥੇ ਆਪਾਂ ਸ਼ਰਧਾਂਜਲੀ ਭੇਟ ਕਰਨ ਵਾਸਤੇ ਬੇਅੰਤ ਸੰਗਤਾਂ ਆਈਆਂ ਸਨ, ਉੱਥੇ ਮੈਂ ਆਪ ਜੀ ਨੂੰ ਦੱਸਦਾ ਜਾਵਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਛੋਟੀ ਉਮਰ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਲਾਹੌਰ ਫਤਿਹ ਕੀਤਾ ਔਰ ਲਾਹੌਰ ਨੂੰ ਸਿੱਖਾਂ ਦਾ ਤਖਤ ਬਣਾਇਆ। ਇੱਥੋਂ ਹੀ ਮਹਾਰਾਜੇ ਰਣਜੀਤ ਸਿੰਘ ਨੇ ਆਪਣੀਆਂ ਸਿੱਖ ਧਰਮ ਨੂੰ ਮੁਨਜ਼ਮ ਕੀਤਾ। ਜਿੱਥੇ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਦੇ ਸਨ, ਉੱਥੇ ਨਾਲ ਹੀ ਨਾਲ ਹਿੰਦੂ ਧਰਮ ਔਰ ਮੁਸਲਮਾਨ ਜੋ ਵੀਰ ਨੇ ਉਹ ਬਰਾਬਰ ਦੇ ਇਸ ਰਾਜ ਨੂੰ ਵਧਾਉਣ ਦੇ ਵਿੱਚ, ਇਸ ਰਾਜ ਨੂੰ ਵਿਸ਼ਾਲ ਕਰਨ ਦੇ ਵਿੱਚ ਬਰਾਬਰ ਦੇ ਸ਼ਰੀਕ ਸਨ। ਉਸ ਦਾ ਕਾਰਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਫਰਕ ਨਹੀਂ ਕੀਤਾ। ਜਿੱਥੇ ਆਪ ਜੀ ਨੇ ਗੁਰੂ ਘਰਾਂ ਦੀ ਉਸਾਰੀ ਕਰਵਾਈ, ਸੇਵਾਵਾਂ ਕਰਵਾਈਆਂ, ਉੱਥੇ ਹੀ ਆਪ ਜੀ ਨੇ ਮੁਸਲਮਾਨਾਂ ਦੇ ਜੋ ਮਸਾਜਿਦ ਨੇ, ਮਸਜਿਦਾਂ ਨੇ ਔਰ ਹਿੰਦੂਆਂ ਦੇ ਜੋ ਮੰਦਰ ਨੇ ਉਹਨਾਂ ਦੀ ਉਸਾਰੀ ਬਰਾਬਰ ਦੀ ਕਰਵਾਈ। ਜੇ ਦੇਖਿਆ ਜਾਵੇ ਕਿ ਐਸਾ ਰਾਜਾ ਸੀ ਜਿਸ ਦੇ ਉੱਪਰ ਚਾਰੇ ਕੌਮਾਂ, ਚਾਰ ਧਰਮ ਇਸ ਰਾਜੇ ਤੋਂ ਖੁਸ਼ ਸਨ। ਇਹ ਰਾਜੇ ਦੀ ਇੱਕ ਵੱਖਰੀ ਹੀ ਵਿਲੱਖਣਤਾ ਸੀ। ਇਹ ਸਿੱਖ ਨੂੰ ਕੇਵਲ ਸਿੱਖ ਨਹੀਂ ਤੇ ਮੁਸਲਮਾਨ ਨੂੰ ਵੱਖਰਾ ਤੇ ਹਿੰਦੂ ਨੂੰ ਵੱਖਰਾ ਨਹੀਂ ਸਮਝਦਾ, ਇਹ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਸੀ। ਵਿਸ਼ਾਲ ਰਾਜੇ ਦਾ ਵਿਸ਼ਾਲ ਹਿਰਦਾ ਸੀ, ਦਿਆਲੂ ਸੀ ਹਿਰਦਾ ਇਸਦਾ, ਤੇ ਰਾਜ ਵੀ ਬੜਾ ਵਧੀਆ ਇਹਨੇ ਆਪਣੇ ਕੀਤਾ ਹੈਗਾ ਆਪਣੇ ਰਾਜ ਦੇ ਸਮੇਂ ਦੇ ਵਿੱਚ। ਉਸ ਰਾਜੇ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ, ਕਿਉਂਕਿ ਅੱਜ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬੱਚਾ ਬੱਚਾ ਯਾਦ ਕਰਦਾ ਕਿ ਜੇ ਉਸਦਾ ਰਾਜ ਹੁੰਦਾ ਤਾਂ ਸ਼ਾਇਦ ਅੱਜ ਸਿੱਖ ਆਪਣੇ ਵਤਨੋਂ ਬੇਵਤਨ ਨਾ ਹੁੰਦੇ ਤੇ ਦਰ ਦਰ ਦੇ ਠੋਕਰਾਂ ਨਾ ਖਾਂਦੇ, ਆਪਣੇ ਪੰਜਾਬ ਦੇ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਉਹ ਜਿਹੜਾ ਰਾਜ ਦਾ ਆਨੰਦ ਸੀ ਉਹੀ ਮਾਣਦੇ, ਕਿਉਂਕਿ ਉਹੋ ਜਿਹਾ ਰਾਜਾ ਨਾ ਕਦੀ ਪੈਦਾ ਹੋਇਆ ਤਾਂ ਨਾ ਕਦੀ ਪੈਦਾ ਹੋਏਗਾ। ਪਰ ਜੇ ਆਪਾਂ ਇਸ ਰਾਜ ਦੇ ਵਿੱਚ ਜਾ ਕੇ ਇਸ ਰਾਜ ਦੀਆਂ ਬਰੀਕੀਆਂ ਨੂੰ ਵੇਖੀਏ, ਕਹਿੰਦੇ ਨੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ। ਪਰ ਇਸ ਰਾਜ ਦੇ ਜਦੋਂ ਕਿ ਕਿਹਾ ਜਾਂਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਨਾ, ਇਸ ਰਾਜ ਦੇ ਵਿੱਚ ਇਹੋ ਜਿਹੀਆਂ ਹੁੰਦੇ ਸੀ ਕਿ ਕਾਬਲ ਤੇ ਕੰਧਾਰ ਡਰਦੇ ਕੰਬਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ। ਉਹਦੇ ਇਲਾਕੇ ਤੋਂ ਨਿਕਲਣ ਵਾਲੇ ਵੀ ਨਾ ਉਹਨੂੰ ਸੱਪ ਜਾ ਸੁੰਘ ਜਾਂਦਾ ਸੀ ਕਿ ਆਪਾਂ ਕਿਵੇਂ ਚੱਲੀਏ। ਇਹੋ ਜਿਹਾ ਰਾਜ ਸੀ ਤੇ ਇਹੋ ਜਿਹਾ ਦਾ ਡਰ ਭੈ ਸੀ, ਇਹੋ ਜਿਹੀ ਇਹ ਸ਼ਖਸੀਅਤ ਦਾ ਮਾਲਕ ਸੀ ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਅੱਜ ਵੀ ਕਿਹਾ ਜਾਂਦਾ ਕਿ ਲਾਹੌਰ ਦੇ ਵਿੱਚ ਇੰਗਲੈਂਡ ਦੇ ਮੇਜਰ ਤੇ ਇੰਗਲੈਂਡ ਤੋਂ ਜਿਹੜੀਆਂ ਵੱਡੀਆਂ ਸੁਲਤਾਵਾਂ ਸ਼ਖਸੀਅਤਾਂ ਨੇ ਉਹ ਵੀ ਆ ਕੇ ਉਹਨੂੰ ਸ਼ਰਧਾਂਜਲੀ ਭੇਟ ਕਰਕੇ ਜਾਂਦੀਆਂ ਨੇ। ਕੁਛ ਤਾਂ ਅਸੀਂ ਇਸ ਰਾਜ ਦੇ ਵਿੱਚ, ਇਸ ਰਾਜੇ ਦੇ ਵਿੱਚ ਭਾਈ ਸਾਹਿਬ ਜੀ ਇਹ ਦੱਸ ਰਹੇ ਸਨ ਕਿ ਬੜੀ ਛੋਟੀ ਉਮਰ ਵਿੱਚ ਇਸਨੇ ਰਾਜ ਸੰਭਾਲਿਆ। ਹਾਂਜੀ, ਇਸ ਦੇ ਰਾਜ ਦੇ ਬਾਰੇ ਹੋਰ ਕੁਛ ਦੱਸੋ ਮਹਾਰਾਜ, ਕਿਉਂਕਿ ਤੁਸੀਂ ਤਾਂ ਲਾਹੌਰ ਦੇ ਵਾਸੀ ਹੋ, ਪਾਕਿਸਤਾਨ ਤੇ ਨਨਕਾਣਾ ਸਾਹਿਬ ਦੇ ਵਾਸੀ ਹੋ, ਤੁਹਾਨੂੰ ਇਸ ਚੀਜ਼ ਦਾ ਜ਼ਿਆਦਾ ਹੈਗਾ, ਦੱਸੋ ਜੀ। ਮਹਾਰਾਜ ਜੀ ਦੇ ਰਾਜ ਬਾਰੇ ਚ ਜੇ ਆਪਾਂ ਗੱਲਾਂ ਕਰੀਏ ਤੇ ਆਪਣੇ ਕੋਲ ਸਮਾਂ ਬਹੁਤ ਥੋੜਾ ਹੋਏਗਾ ਜੀ, ਕਿਉਂਕਿ ਉਹਨਾਂ ਦੇ ਜੋ ਰਾਜ ਨੇ, ਉਹਨਾਂ ਦੇ ਜੋ ਰਾਜ ਦੇ ਦੌਰਾਨ ਜਿਹੜੇ ਕੰਮ ਸਨ ਉਹਨਾਂ ਨੂੰ ਤਾਂ ਅੱਖਰਾਂ ਦੇ ਵਿੱਚ ਬਿਆਨ ਕਰਨਾ ਹੀ ਔਖਾ ਹੈ। ਨਹੀਂ ਬਿਲਕੁਲ ਆਪ ਜੀ ਨੂੰ ਮੈਂ ਇੱਕ ਹੋਰ ਦੱਸਦਾ ਜਾਵਾਂ ਕਿ ਉਹਨਾਂ ਨੇ ਆਪਣੇ ਰਾਜ ਦੇ ਸਮੇਂ ਜੋ ਸ਼ਾਹੀ ਕਿਲਾ ਸੀ, ਜਿਸ ਦੇ ਬਿਲਕੁਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੋ ਇਹ ਸਮਾਧ ਬਣੀ ਹੈ, ਇਸ ਦੇ ਨਾਲ ਹੀ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਵੀ ਬਣਿਆ ਹੈ। ਜਿਨੇ ਪ੍ਰੇਮੀਆਂ ਨੇ ਇੱਥੇ ਪਾਕਿਸਤਾਨ ਆ ਕਰਕੇ ਇਹਨਾਂ ਦੇ ਦਰਸ਼ਨ ਕੀਤੇ ਹਨ, ਉਹ ਜਾਣਦੇ ਨੇ ਕਿ ਇੱਕ ਹੀ ਕੰਪਲੈਕਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਧ ਔਰ ਮੇਰੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਅਸਥਾਨ ਹੈ ਉਹ ਵੀ ਨਾਲ ਹੀ ਨਾਲ ਹੈ। ਉਸ ਸਮੇਂ ਇਹ ਜੋ ਸ਼ਾਹੀ ਕਿਲਾ ਸੀ, ਇਸ ਦੇ ਨਾਲ ਦਰਿਆਏ ਰਾਵੀ ਵਗਦਾ ਸੀਗਾ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਇਸ ਦਰਿਆਏ ਰਾਵੀ ਦਾ ਰੁਖ ਮੋੜਿਆ ਗਿਆ ਔਰ ਇਹਨੂੰ ਕੋਈ 2-3 ਕਿਲੋਮੀਟਰ ਦੂਰ ਕੀਤਾ ਗਿਆ ਔਰ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਹੀ ਮੇਰੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਅਸਥਾਨ ਹੈ ਉਹਦੀ ਤਾਮੀਰ ਕਰਵਾਈ। ਮੈਂ ਆਪ ਜੀ ਨੂੰ ਦੱਸਦਾ ਜਾਵਾਂ ਕਿ ਜਿੱਥੇ ਗੁਰੂ ਅਸਥਾਨਾਂ ਦੀ ਉਸਾਰੀ ਕਰਵਾਈ, ਉੱਥੇ ਉਹਨਾਂ ਨੇ ਮੰਦਰਾਂ ਦੀ, ਉੱਥੇ ਉਹਨਾਂ ਨੇ ਚਰਚਾਂ ਦੀ, ਉੱਥੇ ਉਹਨਾਂ ਨੇ ਮਸਾਜਿਦ ਦੀ ਜੋ ਉਸਾਰੀ ਕਰਵਾਈ ਸੀਗੀ ਜੀ। ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜੋ ਨੀਂਹ ਹੈ ਉਹ ਉਹਨਾਂ ਨੇ 1809 ਦੇ ਵਿੱਚ ਉਹਦੀ ਉਸਾਰੀ ਕਰਵਾਈ ਸੀਗੀ। ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਦੇ ਜੋ ਦਰਸ਼ਨੀ ਡਿਊਟੀ ਹੈ, ਜੋ ਸਥਾਨ ਹੈ, ਇਹਦੀ ਜੋ ਸੇਵਾ ਹੈ ਉਹਨਾਂ ਨੇ
1812 ਦੇ ਵਿੱਚ ਇਹਦੀ ਆਰੰਭਤਾ ਕਰਵਾਈ ਸੀਗੀ। ਦਰਬਾਰ ਸਾਹਿਬ ਦੇ ਉੱਪਰ ਜੋ ਸੋਨੇ ਦੀ ਸੇਵਾ ਹੈ 1830 ਵਿੱਚ ਉਹਨਾਂ ਕਰਵਾਈ ਸੀਗੀ। ਲੇਕਿਨ ਇਸ ਦੇ ਨਾਲ ਹੀ ਨਾਲ ਜੋ ਉਹਨਾਂ ਦੇ ਮੁਸ਼ੀਰ ਸਨ, ਜੋ ਉਹਨਾਂ ਦੇ ਸੀਨੀਅਰ ਵਜ਼ੀਰ ਸਨ ਫਕੀਰ ਅਜ਼ੀਜ਼ੁਦੀਨ, ਉਹ ਵੀ ਬਹੁਤ ਪ੍ਰੇਮ ਰੱਖਦੇ ਸੀ। ਔਰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਗੋਰੇ ਔਰ ਜੋ ਫਰਾਂਸ ਦੇ ਜੋ ਟੀਚਰ ਸਨ, ਜੋ ਯੂਰਪ ਤੋਂ ਜੋ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਵਿਦਿਆ ਕੇਂਦਰ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਦੁਨੀਆ ਦੇ ਵੱਖ-ਵੱਖ ਥਾਵਾਂ ਤੋਂ ਉਹ ਟੀਚਰ ਉਸਤਾਦ ਬੁਲਾਏ ਸਨ, ਜਿਨ੍ਹਾਂ ਨੇ ਤਾਲੀਮੀ ਢਾਂਚਾ ਪੰਜਾਬ ਦਾ ਵਧੀਆ ਕੀਤਾ। ਆਪ ਜੀ ਨੇ ਲਾਹੌਰ ਤੋਂ ਫਤਿਹ ਕਰਨ ਤੋਂ ਬਾਅਦ ਫਿਰ ਆਸਤਾ ਖਾਲਸਾ ਰਾਜ ਨੂੰ ਵਧਾਇਆ ਔਰ ਇੱਕ ਸਮੇਂ ਕਾਬਲ ਕੰਧਾਰ ਤੱਕ ਆਪ ਜੀ ਨੇ ਰਾਜ ਕੀਤਾ ਔਰ ਆਪ ਜੀ ਦੇ ਰਾਜ ਦੇ ਵਿੱਚ ਸਤਸੰਗ ਜੀ ਆਪ ਜਾਣਦੇ ਹੋਵੋਗੇ ਕਿ ਬਹੁਤ ਲੰਬੇ ਸਮੇਂ ਇਸ ਏਰੀਆ ਦੇ ਉੱਪਰ ਅਮਰੀਕਾ ਦੀਆਂ ਫੌਜਾਂ ਉਤਰੀਆਂ, ਉਹਨਾਂ ਕੋਲ ਦੁਨੀਆ ਦੀ ਸਾਰੀਆਂ ਸਹੂਲਤਾਂ ਸਨ, ਦੁਨੀਆ ਦੇ ਵਧੀਆ ਤੋਂ ਵਧੀਆ ਹਥਿਆਰ ਸਨ, ਦੁਨੀਆ ਦੀ ਸਭ ਤੋਂ ਵਧੀਆ ਫੌਜ ਅਮਰੀਕਾ ਕੋਲ ਹੈ ਔਰ ਉਸਦੇ ਨਾਲ ਨਾਲ ਉਹਦੇ ਹਥਿਆਰੀ ਜਿਹੜੇ ਕਿ ਦੁਨੀਆ ਦੇ ਟੌਪ ਦੇ ਮੁਲਕ ਨੇ ਉਹਨਾਂ ਕੋਲ ਉਹਨਾਂ ਦੇ ਫੌਜੀ ਉੱਥੇ ਆਏ ਸਨ, ਪਰ ਉਹ ਇਸ ਏਰੀਆ ਨੂੰ ਫਤਿਹ ਨਹੀਂ ਕਰ ਸਕੇ। ਹੁਣ ਤੁਸੀਂ ਇਹ ਸਮਝ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੇ ਉੱਪਰ ਫਤਿਹ ਪਾਈ ਔਰ ਕਿਸ ਤਰ੍ਹਾਂ ਇਹਨਾਂ ਏਰੀਆ ਦੇ ਉੱਪਰ ਕਬਜ਼ਾ ਕੀਤਾ ਜਿਨ੍ਹਾਂ ਦੇ ਉੱਪਰ ਅੱਜ ਦੁਨੀਆ ਦੀ ਸੁਪਰ ਪਾਵਰ ਵੀ ਕਬਜ਼ਾ ਨਹੀਂ ਕਰ ਸਕੀ। ਉਸਦਾ ਮੇਰਾ ਸਵਾਲ ਇਹ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਐਸੀ ਕਿਹੋ ਜਿਹੀ ਜੁਗਤੀ ਸੀ ਜਿਸ ਦੇ ਨਾਲ ਉਸਨੇ ਉੱਥੇ ਫਤਿਹ ਪਾ ਲਈ? ਹਾਂਜੀ, ਮਹਾਰਾਜਾ ਰਣਜੀਤ ਸਿੰਘ ਕੋਲ ਜੋ ਹੈ ਉਹ ਇਹ ਜੁਗਤੀ ਇਹ ਸੀਗੀ ਕਿ ਮਹਾਰਾਜਾ ਨੇ ਬਹੁਤ ਪ੍ਰੇਮ ਕੀਤਾ ਲੋਕਾਂ ਨਾਲ, ਜਿੱਥੇ ਉਹਨਾਂ ਨੇ ਠੀਕ ਹੈ ਜੀ, ਆਪਾਂ ਕਾਬਲ ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਪਏ ਸੀ। ਹਾਂਜੀ, ਕਾਬਲ ਕੰਧਾਰ ਤੱਕ ਆਪ ਜੀ ਦਾ ਰਾਜ ਜੋ ਸੀਗਾ ਉਹ ਬਹਮ ਇਤਫਾਕ ਕਰਕੇ ਫੈਲਿਆ। ਜੇ ਇੱਕ ਸਮੇਂ ਮਹਾਰਾਜਾ ਰਣਜੀਤ ਸਿੰਘ ਪਾਸ ਇੱਕ ਮੁਸਲਮਾਨ ਬਜ਼ੁਰਗ ਆਏ ਜੀ ਔਰ ਉਹਨਾਂ ਨੇ ਆਪਣੇ ਹੱਥ ਨਾਲ ਕੁਰਾਨ ਲਿਖਿਆ ਸੀਗਾ ਔਰ ਉਹਨੇ ਕਈ ਲੋਕਾਂ ਪਾਸ ਪਹੁੰਚ ਕਰਕੇ ਉਹਨਾਂ ਨੇ ਇਹ ਕੁਰਾਨ ਪਾਕ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਚੁੱਕੇ ਉਹਨਾਂ ਦੇ ਇੱਕ ਬੇਟੀ ਸੀ ਔਰ ਉਹਨਾਂ ਦਾ ਉਹਨਾਂ ਨੇ ਆਨੰਦ ਕਾਰਜ ਕਰਨਾ ਸੀਗਾ। ਸੋ ਜਦੋਂ ਮਹਾਰਾਜਾ ਜੀ ਨੂੰ ਪਤਾ ਲੱਗਾ ਕਿ ਇੱਕ ਮੁਸਲਮਾਨ ਬਜ਼ੁਰਗ ਨੇ ਬਹੁਤ ਸੋਹਣਾ ਕੁਰਾਨ ਲਿਖਿਆ ਹੈ, ਸੋ ਆਪ ਜੀ ਤੱਕ ਇਹ ਖਬਰ ਪਹੁੰਚੀ ਤਾਂ ਆਪ ਜੀ ਨੇ ਉਹਨਾਂ ਨੂੰ ਬੁਲਾ ਕਰਕੇ ਉਹਨਾਂ ਪਾਸ ਕੁਰਾਨ ਪਾਕ ਲਿਆ। ਮੁਸਲਮਾਨਾਂ ਦੇ ਜੋ ਅਕੀਦਾ ਹੈ ਉਹਨੂੰ ਚੁੰਮ ਕੇ ਉਹਨਾਂ ਨੇ ਫਕੀਰ ਅਜ਼ੀਜ਼ੁਦੀਨ ਗਿਫਟ ਕੀਤਾ ਔਰ ਉਹਨਾਂ ਨੂੰ ਉਸ ਸਮੇਂ 100 ਸੋਨੇ ਦੀਆਂ ਮੋਹਰਾਂ ਦਿੱਤੀਆਂ, ਜਿਹਨੂੰ ਕਿ ਕੋਈ 5 ਮੋਹਰਾਂ ਵੀ ਦੇਣ ਨੂੰ ਤਿਆਰ ਨਹੀਂ ਸੀ। ਉਸ ਸਮੇਂ ਆਪ ਜੀ ਨੇ ਉਹਨੂੰ 100 ਮੋਹਰਾਂ ਦਿੱਤੀਆਂ ਔਰ ਆਪ ਜੀ ਨੇ ਉਹ ਕੁਰਾਨ ਪਾਕ ਜੋ ਹੈ ਉਹ ਫਕੀਰ ਅਜ਼ੀਜ਼ੁਦੀਨ ਨੂੰ ਗਿਫਟ ਕੀਤਾ। ਸੋ ਜਦੋਂ ਇਹੋ ਜਿਹੇ ਕੰਮਕਾਰ ਮਹਾਰਾਜ ਜੀ ਦੇ ਸਾਹਮਣੇ ਆਉਂਦੇ ਹਨ, ਸੋ ਸਾਡਾ ਵੀ ਸੀਨਾ ਹੈ ਫਖਰ ਨਾਲ ਚੌੜਾ ਹੋ ਜਾਂਦਾ ਹੈ, ਕਿਉਂਕਿ ਅਸੀਂ ਉਹਨਾਂ ਦੇਸ਼ਾਂ ਵਿੱਚ ਰਹਿ ਰਹੇ ਹਾਂ ਜਿੱਥੇ ਇਹਨਾਂ ਮੁਸਲਮਾਨ ਦੀ ਮੈਜੋਰਿਟੀ ਹੈ ਔਰ ਉਹ ਲੋਕ ਖੁਦ ਅੱਜ ਜਿਤਨਾ ਵੀ ਪੜ੍ਹੇ ਲਿਖੇ ਪਾਕਿਸਤਾਨ ਦੇ ਲੋਕ ਹਨ ਉਹ ਕਹਿੰਦੇ ਨੇ ਕਿ ਜੇ ਸ਼ੇਰੇ ਪੰਜਾਬ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਹੈ। ਉਸ ਤੋਂ ਇਲਾਵਾ ਇਹ ਜੋ ਖਿਤਾਬ ਹੈ, ਇਹ ਜੋ ਲਕਬ ਹੈ, ਇਹ ਕਿਸੇ ਹੋਰ ਨੂੰ ਕਿਸੇ ਵੀ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ ਹੈ। ਸੋ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁਰਾਨ ਪਾਕ ਦਾ ਇੰਨਾ ਅਦਬ ਸਤਿਕਾਰ ਕੀਤਾ ਔਰ ਮੁਸਲਮਾਨ ਵੀਰਾਂ ਸਤਿਕਾਰ ਕੀਤਾ, ਇੱਕ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਆਪਣੇ ਘੋੜੇ ਤੇ ਸਫ਼ਰ ਕਰ ਰਹੇ ਸਨ ਤੇ ਕੀ ਹੋਇਆ ਕਿ ਕੁਝ ਬੱਚੇ ਬੇਰੀ ਦੇ ਦਰਖਤ ਪਾਸ ਖੜੇ ਹੋ ਕਰਕੇ ਉਹਨੂੰ ਕੰਕਰ ਮਾਰ ਰਹੇ ਸਨ, ਛੋਟੇ ਛੋਟੇ ਵੱਟੇ ਮਾਰੇ ਸਨ ਬੇਰਾ ਤੋੜਨ ਵਾਸਤੇ ਜੀ। ਔਰ ਇੱਕ ਜੋ ਕੰਕਰ ਹੈ, ਇੱਕ ਜੋ ਛੋਟੀ ਜੀ ਕੰਕਰ ਹੈ, ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਗੁਜ਼ਰ ਰਹੇ ਸਨ, ਉਹਨਾਂ ਦੇ ਚਿਹਰੇ ਮੁਬਾਰਕ ਤੇ ਵੱਜ ਗਈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਬਜਾਏ ਗੁੱਸਾ ਕਰਨ ਦੇ ਉਹਨਾਂ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਇਸ ਬੇਰੀ ਨੂੰ ਕੰਕਰ ਕਿਉਂ ਮਾਰ ਰਹੇ ਹੋ? ਬੱਚਿਆਂ ਨੇ ਦੱਸਿਆ ਕਿਉਂਕਿ ਸਾਨੂੰ ਇਹ ਬੇਰ ਦਿੰਦੀ ਹੈ। ਉਹਨੇ ਕਿਹਾ ਜੇ ਇਹ ਬੇਰੀ ਤੁਹਾਨੂੰ ਬੇਰ ਦਿੰਦੀ ਹੈ, ਮੈਂ ਤੇ ਮਹਾਰਾਜਾ ਹਾਂ, ਸੋ ਮੈਨੂੰ ਤਾਂ ਫਿਰ ਕੁਝ ਵੱਧ ਹੀ ਦੇਣਾ ਚਾਹੀਦਾ ਹੈ। ਆਪ ਜੀ ਨੇ ਆਪਣੇ ਗਲ ਚੋਂ ਮੋਤੀਆਂ ਦੀ ਜੋ ਹਾਰ ਹੈ ਉਤਾਰ ਕੇ ਉਹਨਾਂ ਬੱਚਿਆਂ ਨੂੰ ਉਹ ਦਿੱਤਾ ਹੈ। ਸੋ ਮਹਾਰਾਜਾ ਜੀ ਦਾ ਪ੍ਰੇਮ, ਮਹਾਰਾਜਾ ਰਣਜੀਤ ਸਿੰਘ ਦਾ ਜੋ ਇਨਸਾਫ, ਮਹਾਰਾਜਾ ਰਣਜੀਤ ਸਿੰਘ ਦਾ ਜੋ ਲੋਕਾਂ ਨਾਲ ਜੋ ਵਰਤਣੀ ਸੀਗੀ ਉਹ ਇੰਨੀ ਚੰਗੀ ਸੀ ਕਿ ਆਪ ਜੀ ਦੇ ਰਾਜ ਦੇ ਵਿੱਚ ਲੋਕ ਬਹੁਤ ਪ੍ਰੇਮ ਨਾਲ, ਸਕੂਨ ਨਾਲ ਰਹੇ ਨੇ। ਉਸ ਸਮੇਂ ਪੰਜਾਬ ਦੇ ਵਿੱਚ ਸਿੱਖਾਂ ਦੀ ਜੋ ਗਿਣਤੀ ਸੀਗੀ ਕੇਵਲ 2% ਸੀ, ਸਿਰਫ 2% ਸੀ ਔਰ ਆਪ ਜੀ ਨੇ 2% ਦੀ ਗਿਣਤੀ ਨੇ ਇਹ ਇੰਨਾ ਲੰਬਾ, ਇੰਨਾ ਵਿਸ਼ਾਲ ਰਾਜ ਕੀਤਾ
ਕਿ ਆਪਾਂ ਅਗਰ ਆਪਾਂ ਜੇ ਉਹਨਾਂ ਦੀ ਸਰਹੱਦਾਂ ਦੇਖੀਏ ਤੇ ਅੱਜ ਜੇ ਪਾਕਿਸਤਾਨ ਦੀ ਆਪਾਂ ਪੈਮਾਇਸ਼ ਕਰੀਏ ਤਾਂ ਸ਼ਾਇਦ ਇਸ ਤੋਂ ਵੀ ਵੱਡਾ ਉਹਨਾਂ ਦਾ ਰਾਜ ਸੀ, ਔਰ ਰਾਜ ਸੀ। ਬਹੁਤ ਛੋਟੀ ਗਿਣਤੀ ਦੇ ਵਿੱਚ। ਪਰ ਸੋ ਜਿਹੜਾ ਹਿਰਦਾ ਸੀ ਵਿਸ਼ਾਲ, ਜਿਹੜਾ ਰਣਜੀਤ ਸਿੰਘ ਦਾ ਕਹਿੰਦੇ ਜਿਹੜਾ ਹਿਰਦਾ ਸੀ, ਕਹਿੰਦੇ ਰਣਜੀਤ ਸਿੰਘ ਦੇ ਸਮੇਂ ਵਿੱਚ ਕਦੀ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਹੈ, ਇੰਨਾ ਵੱਡਾ ਉਹਦਾ ਵਧੀਆ ਰਾਜ ਸੀ ਉਹਦਾ। ਤੇ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਖੂਬੀ ਸੀ ਉਸ ਦਿਨਾਂ ਵਿੱਚ, ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਰਾਤ ਨੂੰ ਭੁੱਖਾ ਨਹੀਂ ਸੀ ਸੌਂਦਾ। ਕਹਿੰਦੇ ਨੇ ਮਹਾਰਾਜਾ ਕੀ ਕਰਦੇ ਸੀ, ਜਦੋਂ ਰਾਤੀ ਸਾਰੇ ਸੌ ਜਾਂਦੇ ਸਨ, ਮਹਾਰਾਜਾ ਓੜਨੀ ਓੜ ਕੇ ਨਾ, ਕੋਈ ਚਾਦਰ ਜੀ ਓੜ ਕੇ ਤੇ ਬਾਹਰ ਚਲੇ ਜਾਂਦੇ ਸਨ, ਦੇਖਦੇ ਸਨ ਕਿ ਕੋਈ ਭੁੱਖਾ ਤਾਂ ਨਹੀਂ ਸੁੱਤਾ, ਕੋਈ ਤੜਫਦਾ ਤਾਂ ਨਹੀਂ ਪਿਆ ਬਾਹਰ ਭੁੱਖ ਦੇ ਨਾਲ, ਤੇ ਜਿਸ ਤਰ੍ਹਾਂ ਜਾ ਕੇ ਮਹਾਰਾਜਾ ਉਹਨੂੰ ਵੀ ਰੋਟੀ ਖਵਾ ਕੇ ਸੌਂਦੇ ਸਨ। ਇਹੋ ਜਿਹਾ ਰਾਜ ਸੀ ਮਹਾਰਾਜਾ ਰਣਜੀਤ ਦਾ, ਇਹੋ ਜਿਹਾ ਰਾਜ ਵੱਖਰੇ ਦੀ ਵਿਲੱਖਣਤਾ ਹੀ ਬਿਲਕੁਲ ਅਲੱਗ ਸੀ, ਕਿਉਂਕਿ ਉਹ ਰਾਜਾ ਇੱਕ ਰਾਜਾ ਸੀ ਤੇ ਰਾਜੇ ਦੇ ਹੋਣ ਦੇ ਨਾਲ ਉਹਦੇ ਅੰਦਰ ਦਇਆ ਘੁੱਟ ਘੁੱਟ ਕੇ ਭਰੀ ਹੋਈ ਸੀ। ਭਾਵੇਂ ਕਿ ਕਈ ਇਤਿਹਾਸਕਾਰਾਂ ਨੇ, ਕਈ ਸਾਹਿਤਕਾਰਾਂ ਨੇ ਕਿਤਾਬਾਂ ਵਿੱਚ ਮਹਾਰਾਜਾ ਦੇ ਜੀਵਨ ਦੇ ਬਾਰੇ ਕਈ ਕੁਝ ਉਲਟ ਫੁਲਟ ਲਿਖਿਆ ਹੋਇਆ ਹੈ, ਪਰ ਜੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵੱਲ ਵੀ ਝਾਤ ਮਾਰੀਏ, ਕਿਉਂਕਿ ਜੇ ਉਹਦੇ ਅੰਦਰ ਦਇਆ ਸੀ, ਨਿਮਰਤਾ ਸੀ, ਪਿਆਰ ਸੀ, ਤਾਂ ਉਹ ਸਿੱਖੀ ਵੱਲੋਂ ਵੀ ਪੱਕਾ ਸੀਗਾ। ਤੇ ਪਰ ਜਿਹੜੀਆਂ ਸਾਜ਼ਿਸ਼ਾਂ ਤਾਂ ਅੱਜ ਵੀ ਸਿੱਖ ਧਰਮ ਤੇ ਸਿੱਖਾਂ ਤੇ ਘੜੀਆਂ ਜਾ ਰਹੀਆਂ ਨੇ, ਤਾਂ ਪਹਿਲੇ ਵੀ ਘੜੀਆਂ ਜਾਂਦੀਆਂ ਸਨ। ਤੇ ਮਹਾਰਾਜਾ ਨੂੰ ਹਰਾਉਣ ਵਾਲੇ ਵੀ ਵਿਉਂਤਾਂ ਬੰਧਦੇ ਸਨ ਕਿ ਮਹਾਰਾਜਾ ਰਣਜੀਤ ਦੇ ਸਿੱਖਾਂ ਦੇ ਰਾਜ ਨੂੰ ਕਿਵੇਂ ਖਤਮ ਕਰਨਾ ਹੈ ਤੇ ਕਿਵੇਂ ਉਹਨਾਂ ਤੋਂ ਰਾਜ, ਕਿਉਂਕਿ ਜੇ ਰਾਜ ਅੱਜ ਵੀ ਹੁੰਦਾ ਤਾਂ ਸਿੱਖਾਂ ਦੇ ਰਾਜ ਨੇ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦੇਣੀ ਸੀ। ਬਾਕੀ ਜਿਹਨੇ ਅਮਰੀਕਾ ਤੇ ਲੰਡਨ ਤੇ ਜਿੰਨੇ ਵੀ ਹੈਗੇ ਨੇ, ਇਹਨਾਂ ਨੇ ਸਿਰਫ ਦੇਖਦੇ ਰਹਿਣਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਉਹਨਾਂ ਨੇ ਇੱਕ ਅਦਾਲਤ ਵੀ ਬਣਾਈ ਸੀ, ਭਾਈ ਸਾਹਿਬ ਜੀ, ਸੁਣਿਆ? ਜੀ ਉਸ ਅਦਾਲਤ ਦੇ ਵਿੱਚ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਆਪ ਬੈਠ ਕੇ ਫੈਸਲੇ ਨਿਆਂ ਕਰਦਾ ਸੀਗਾ। ਜੀ ਉਸ ਬਾਰੇ ਥੋੜਾ ਦੱਸੋ ਜੇ ਆਪ ਜੀ ਨੂੰ। ਪਹਿਲੇ ਮੈਂ ਤੁਹਾਡੇ ਪਹਿਲੇ ਸਵਾਲਾਂ ਤੇ ਆਵਾਂਗਾ ਜੀ, ਜੀ ਕਿ 39 ਸਾਲ 6 ਮਹੀਨੇ 10 ਦਿਨ ਦੇ ਰਾਜ ਦੇ ਵਿੱਚ ਕਿਸੇ ਇੱਕ ਨੂੰ ਵੀ ਫਾਂਸੀ ਨਹੀਂ ਹੋਈ। ਜੀ ਉਸ ਦਾ ਕਾਰਨ ਇਹ ਸੀਗਾ ਕਿ ਇੱਕ ਤੇ ਜੁਰਾਇਮ ਬਹੁਤ ਘਟ ਗਏ ਸਨ। ਹੂੰ ਉਹ ਮਹਾਰਾਜੇ ਦੇ ਸਮੇਂ ਜੁਰਮ ਬਹੁਤ ਘੱਟ ਹੁੰਦੇ ਸਨ, ਜਿਨ੍ਹਾਂ ਨੂੰ ਇਹਨਾਂ ਸਜ਼ਾਵਾਂ ਤੱਕ ਪਹੁੰਚਦੇ ਸਨ, ਕਿਉਂਕਿ ਕਈ ਇਹਨਾਂ ਇਲਾਕਿਆਂ ਦੇ ਪਰਿਵਾਰਕ ਤੌਰ ਤੇ ਕਤਲ ਹੋ ਜਾਂਦੇ ਸਨ। ਸੋ ਮਹਾਰਾਜਾ ਉਹਨਾਂ ਨੂੰ ਆਪਣੇ ਫੌਜ 'ਚ ਭਰਤੀ ਕਰਦੇ ਸਨ, ਔਰ ਪਹਿਲੀ ਲੜਾਈ ਦੇ ਵਿੱਚ ਹੀ ਉਹਨਾਂ ਨੂੰ ਭੇਜ ਦਿਆ ਕਰਦੇ ਸਨ ਕਿ ਉਸ ਸਮੇਂ ਜੇ ਇਹਨੂੰ ਸ਼ਹੀਦੀ ਮਿਲੇਗੀ ਤੇ ਇਹ ਦੋ ਚੌਹਾਂ ਨੂੰ ਸੋਧੇਗਾ ਵੀ। ਸੋ ਉਸ ਸਮੇਂ ਉਹਨਾਂ ਦੇ ਇੱਕ ਇਹ ਵੀ ਸੀ। ਦੂਸਰੀ ਗੱਲ ਹੈ ਕਿ ਜੋ ਉਹਨਾਂ ਦੇ ਬਿਲਕੁਲ ਜਿੱਥੇ ਅੱਜ ਉਹਨਾਂ ਦੀ ਸਮਾਧ ਬਣੀ ਹੈ, ਉਸ ਦੇ ਬਿਲਕੁਲ ਨਾਲ ਸ਼ਾਹੀ ਕਿਲਾ ਸੀ, ਜਿਸ ਦੇ ਵਿੱਚ ਇੱਕ ਸਿੱਖ ਆਰਟ ਸਿੱਖ ਗੈਲਰੀ ਹੈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਨੂੰ ਇੱਕ ਸਿੱਖ ਗੈਲਰੀ ਕਰਕੇ ਇੱਕ ਬਹੁਤ ਵੱਡੀ ਜਗ੍ਹਾ ਉਹਨਾਂ ਲਈ ਰੱਖੀ ਗਈ ਹੈ, ਜਿਸ ਦੇ ਵਿੱਚ ਮਹਾਰਾਜੇ ਦੇ ਸਮੇਂ ਦੇ ਹਥਿਆਰ ਉਹਦੇ ਚ ਸਜਾਏ ਹੋਏ ਹਨ। ਉਸ ਦੇ ਵਿੱਚ ਹੀ ਮਹਾਰਾਜਾ ਦਾ ਤਖਤ ਸੀਗਾ, ਜਿਸ ਦੇ ਉੱਪਰ ਉਹ ਬੈਠ ਕਰਕੇ ਫੈਸਲੇ ਕਰਿਆ ਕਰਦੇ ਸਨ। ਔਰ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ ਇੰਨਾ ਮਸ਼ਹੂਰ ਸੀ ਕਿ ਆਪਣੇ ਇਲਾਕੇ ਦੇ ਤੇ ਸੀ ਦੂਰ ਦੁਰਾਡੇ ਇਲਾਕੇ ਦੇ ਵੀ ਕੇਸਸ ਵੀ ਆਪ ਜੀ ਪਾਸ ਆਇਆ ਕਰਦੇ ਸਨ, ਔਰ ਆਪ ਜੀ ਦੇ ਇਨਸਾਫ ਕਰਕੇ, ਆਪ ਜੀ ਦੇ ਪ੍ਰੇਮ ਕਰਕੇ, ਆਪ ਜੀ ਦਾ ਜੋ ਰਾਜ ਹੈ, ਜਿਵੇਂ ਮੈਂ ਪਹਿਲੇ ਦੱਸਿਆ ਹੈ ਕਿ 2% ਦੇ ਲੋਕਾਂ ਦੇ ਜਿਹੜਾ ਹੈ ਉਹ ਰਾਜ ਹੈ, ਉਹ ਇੰਨੇ ਵੱਡੇ ਏਰੀਆ ਦੇ ਵਿੱਚ ਔਰ ਇੰਨੇ ਵੱਡੇ ਲੋਕਾਂ ਦੇ ਉੱਪਰ ਆਪ ਜੀ ਨੇ ਕੀਤਾ ਹੈ। ਆਪ ਜੀ ਦਾ ਜੋ ਐਜੂਕੇਸ਼ਨ ਸਿਸਟਮ ਹੈ, ਮੇਰੇ ਖਿਆਲ ਹੈ ਕਿ ਉਹ ਐਜੂਕੇਸ਼ਨ ਸਿਸਟਮ ਅੱਜ ਵੀ ਜੇ ਦੁਨੀਆ ਦੇ ਉੱਪਰ ਲਾਗੂ ਕੀਤਾ ਜਾਵੇ ਤੇ ਮੇਰਾ ਖਿਆਲ ਹੈ ਕਿ ਦੁਨੀਆ ਦਾ ਹਰ ਇੱਕ ਆਉਣ ਵਾਲੀ ਜੋ ਪੀੜ੍ਹੀ ਹੈ, ਹਰ ਇੱਕ ਪੜ੍ਹਿਆ ਲਿਖਿਆ ਹੋਏਗਾ। ਆਪ ਜੀ ਖੁਦ ਜ਼ਿਆਦਾ ਐਜੂਕੇਸ਼ਨ ਨਾ ਹੋਣ ਕਰਕੇ ਵੀ ਆਪ ਜੀ ਨੇ 91-92% ਤੱਕ ਪੰਜਾਬ ਦੀ ਜੋ ਆਪ ਜੀ ਦਾ ਰਾਜ ਹੈ, ਆਪ ਜੀ ਨੇ ਐਜੂਕੇਸ਼ਨ ਦੇ ਕਰਕੇ ਲੋਕਾਂ ਨੂੰ ਕਾਮਯਾਬ ਬਣਾਇਆ। ਔਰ ਆਪ ਜੀ ਦੀ ਜੋ ਚੇਂਜ ਸੀ, ਆਪ ਜੀ ਦਾ ਜੋ ਤਰੀਕਾਕਾਰ ਸੀਗਾ, ਉਹ ਤੇ ਅੱਜ ਵੀ ਦੁਨੀਆ ਦੇ ਉੱਪਰ ਆਸ਼ਿਸ਼ ਕਰਦੀ ਹੈ ਕਿ ਆਪ ਜੀ ਨੇ ਕਿਸ ਤਰ੍ਹਾਂ ਐਜੂਕੇਸ਼ਨ ਦੇ ਸਿਸਟਮ ਨੂੰ ਆਪ ਜੀ ਨੇ ਵਧਾਇਆ, ਔਰ ਲੋਕ ਅੱਜ ਵੀ ਆਪ ਜੀ ਦਾ ਜੋ ਰਾਜ ਹੈ ਯਾਦ ਕਰਦੇ ਹਨ। ਪਾਕਿਸਤਾਨ ਦੇ ਵਿੱਚ ਵੀ ਜਿਹੜੇ ਮੁਸਲਮਾਨ, ਜਿਹੜੇ ਸਾਡੇ ਵੀਰ ਮੁਸਲਮਾਨ ਵੀਰ ਹਨ, ਜੋ ਪੜ੍ਹੇ ਲਿਖੇ ਹਨ, ਉਹ ਅੱਜ ਵੀ ਪੰਜਾਬ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਰਾਜਾ ਮੰਨਦੇ ਹਨ। ਕਿਉਂਕਿ ਅੱਜ ਜਦੋਂ ਗੱਲ ਇਸਲਾਮੀ ਦੇ ਰੂਲਰ ਦੀ ਗੱਲ ਕਰਦੇ ਹਨ, ਤਾਂ ਇਹ ਕਹਿੰਦੇ ਨੇ ਕਿ ਜਿਹੜੇ ਸਾਡੇ ਕਾਬੁਲ ਕੰਦਾਰ ਤੋਂ, ਜਿਹੜੇ ਸਾਡੇ ਅਫਗਾਨਿਸਤਾਨ ਤੋਂ, ਈਰਾਨ ਤੋਂ ਜਿਹੜੇ ਸਾਡੇ ਮੁਗਲ ਬਾਦਸ਼ਾਹ ਆਉਂਦੇ ਸਨ, ਉਹ ਸਭ ਚੋਰ ਲੁਟੇਰੇ ਸਨ। ਇਹ ਮੈਂ ਨਹੀਂ ਕਹਿੰਦਾ, ਇਹ ਪਾਕਿਸਤਾਨ ਦੇ ਜਿਹੜੇ ਪੜ੍ਹਿਆ ਲਿਖਿਆ ਤਬਕਾ ਹੈ ਉਹ ਇਹ ਕਹਿੰਦਾ ਹੈ। ਔਰ ਜੋ ਪੰਜਾਬ ਦਾ ਜੋ ਹੀਰੋ ਹੈ ਉਹ ਕੇਵਲ ਇੱਕ ਹੈ, ਔਰ ਉਹ ਹੈ ਮਹਾਰਾਜਾ ਰਣਜੀਤ ਸਿੰਘ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਐਸੀ ਇੱਕ ਹੁੰਦੀ ਸੀ ਕਿ ਜਿਵੇਂ ਕਿ ਕਾਬਲ ਕੰਧਾਰ ਤੋਂ ਲੋਕੀ ਆ ਜਾ ਨਹੀਂ ਜਾ ਨਹੀਂ ਸੀ ਸਕਦੇ, ਕਿਉਂਕਿ ਉਹਦਾ ਇੰਨਾ ਜ਼ਿਆਦਾ ਆਪਣਾ ਇੱਕ ਰੂਸ ਹੁੰਦਾ ਸੀ ਉਹਦੇ ਅੰਦਰ, ਮਹਾਰਾਜੇ ਦੇ ਅੰਦਰ, ਕਿਉਂਕਿ ਨਿਡਰ ਸਨ। ਉਹਨਾਂ ਨੂੰ ਪਤਾ ਸੀ ਕਿ ਜੇ ਇਹ ਲੋਕ ਮੇਰੇ ਇਲਾਕੇ ਪੰਜਾਬ ਵਿੱਚ ਆ ਗਏ ਤਾਂ ਇਹਨਾਂ ਨੇ ਇੱਥੇ ਖਰਾਬੀਆਂ ਕਰ ਦੇਣੀਆਂ ਨੇ। ਤੇ ਦੂਜੇ ਪਾਸੇ ਗੋਰੇ ਦੀ ਵੀ ਹਿੰਮਤ ਨਹੀਂ ਹੁੰਦੀ ਸੀ ਕਿ ਗੋਰੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਦੇ ਵਿੱਚ ਆ ਸਕਣ। ਤੇ ਉੱਥੇ ਇਹਨਾਂ ਨੇ ਇੱਕ ਬੜੀ ਵੱਡੀ ਸੰਧੀ ਮੀਟਿੰਗ ਰਚਨਾ ਕੀਤੀ ਸੀ, ਜਿਹਦੇ ਵਿੱਚ ਕੁਝ ਕਾਨੂੰਨ ਲਾਗੂ ਕੀਤੇ ਗਏ ਸਨ। 3 ਕਾਨੂੰਨ ਉਹਦੇ ਵਿੱਚ ਲਾਗੂ ਕੀਤੇ ਗਏ ਸਨ ਕਿ ਜਿਹੜੇ ਕਾਬਲ ਕੰਧਾਰ ਦੇ ਜਿਹੜੇ ਸ਼ਾਹ ਸੁਜਾ ਦਾ ਰਾਜ ਵਾਪਸ ਅਫਗਾਨਿਸਤਾਨ ਵਿੱਚ ਸਥਾਪਿਤ ਕੀਤਾ ਜਾਵੇ ਤੇ ਉਹਨੂੰ ਇਲਾਕੇ ਵਿੱਚ ਛੱਡਿਆ ਜਾਵੇ। ਤੇ ਗੋਰਿਆਂ ਨੇ ਵੀ ਇਜਾਜ਼ਤ ਮੰਗੀ ਸੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਕਿ ਤੁਸੀਂ ਮੈਨੂੰ ਵੀ ਛੱਡੋ ਕਿ ਮੈਂ ਵੀ ਤੁਹਾਡੇ ਇਲਾਕੇ ਵਿੱਚ ਆਵਾਂ। ਤੇ ਕਾਫੀ ਵੱਡੀ ਮੀਟਿੰਗ ਇਹਦੇ ਵਿੱਚ ਹੋਈ ਸੀ ਤੇ ਉਹਦੇ ਵਿੱਚ ਇਹ ਕਾਨੂੰਨ 3 ਪਾਸ ਕੀਤੇ ਗਏ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਐਸਾ ਰਾਜਾ ਸੀ ਕਿ ਉਹਨੂੰ ਪਤਾ ਸੀਗਾ, ਕਿਉਂਕਿ ਉਹ ਦੂਰਅੰਦੇਸ਼ੀ ਦੇ ਸੋਚਣੇ ਵਾਲਾ ਸੀ। ਉਹਨੂੰ ਪਤਾ ਸੀ ਕਿ ਜੇ ਮੁਗਲ ਤੇ ਗੋਰੇ ਆ ਗਏ ਸਾਡੇ ਇਲਾਕੇ ਦੇ ਵਿੱਚ, ਸਾਡੇ ਇਲਾਕੇ ਦਾ ਨੂੰ ਇਹ ਆਪਣੇ ਕੰਟਰੋਲ ਵਿੱਚ ਕਰ ਲੈਣਗੇ ਤੇ ਸਾਡਾ ਰਾਜ ਕਿਸੇ ਤਰੀਕੇ ਨਾਲ ਖੁੰਝ ਜਾਏਗਾ। ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸਾਂ ਦੀ ਕੋਈ ਵਿਉਂਤਬੰਦੀ ਘੜੀ ਗਈ ਸੀ ਜਦੋਂ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੀਟਿੰਗ ਕਰਕੇ ਵੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਐਸੀ ਘੜੀ ਹੋਏਗੀ, ਵਿਉਂਤਬੰਦੀ ਬਣਾਈ ਹੋਏਗੀ ਕਿ ਜਿਸ ਕਰਕੇ ਸਾਡਾ ਪੰਜਾਬ ਦਾ ਰਾਜ ਖੁੱਸ ਗਿਆ ਸਾਡੇ ਤੋਂ? ਕੁਝ ਇਹੋ ਜਿਹਾ ਹੋ ਸਕਦਾ ਹੈ? ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਥੋੜੇ ਸਮੇਂ ਬਾਅਦ ਹੀ ਜਦੋਂ ਆਪ ਜੀ ਨੇ ਇਹ ਇਲਾਕੇ ਫਤਿਹ ਕੀਤੇ ਔਰ ਇੱਥੇ ਪ੍ਰੇਮ ਪਿਆਰ ਨਾਲ ਰਹਿ ਰਹੇ ਸੀਗੇ, ਜੀ ਸਾਜ਼ਿਸ਼ਾਂ ਉਦੋਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਸਨ। ਪਰ ਚूंकि ਮਹਾਰਾਜਾ ਦਾ ਪਿਆਰ ਔਰ ਮਹਾਰਾਜਾ ਰਣਜੀਤ ਸਿੰਘ ਦਾ ਜੋ ਕੰਟਰੋਲ ਸੀਗਾ ਉਹਨਾਂ ਸਟਰੋਂਗ ਸੀਗਾ ਕਿ ਉਸ ਸਮੇਂ ਇਹਨਾਂ ਦੀ ਜੋ ਹੈ ਦਾਲ ਨਹੀਂ ਗਲੀ। ਲੇਕਿਨ ਚूंकि ਇਹ ਲੋਕ ਹਟਣ ਵਾਲੇ ਨਹੀਂ ਸਨ, ਸੋ ਇਹਨਾਂ ਨੇ ਸਮੇਂ-ਸਮੇਂ ਸਿਰ ਸਿੱਖਾਂ ਦੇ ਜੋ ਜੈਲਸ ਸਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ, ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਤੋਂ, ਸੋ ਉਹ ਵੀ ਉਹਨਾਂ ਦੇ ਸ਼ਾਸਨ ਦੇ ਵਿੱਚ ਆ ਗਏ ਸਨ। ਉਹਨਾਂ ਨੇ ਲਾਲਚ ਦੇ ਕੇ ਔਰ ਕਈ ਹੋਰ ਤਰੀਕੇ ਉਹਨਾਂ ਨੇ ਅਪਣਾ ਕਰਕੇ ਉਸ ਸਮੇਂ ਹੀ ਇਹ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਪਰ ਚूंकि ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਨਾਂ ਦੀ ਇਹ ਦਾਲ ਨਹੀਂ ਗਲੀ, ਲੇਕਿਨ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਦੁਨੀਆ ਦੀ ਯਾਤਰਾ ਤੋਂ ਬਾਅਦ ਉਹ ਬਹੁਤ ਛੇਤੀ ਨਸ਼ਿਆਂ ਤੇ ਕਾਮਯਾਬ ਹੋ ਗਏ ਸਨ, ਕਿਉਂਕਿ ਉਹਨਾਂ ਨੇ ਕਾਫੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜੋ ਉਹਨਾਂ ਦੇ ਜੋ ਪਰਿਵਾਰ ਸੀਗਾ ਉਹਨੂੰ ਕਮਜ਼ੋਰ ਕਰ ਦਿੱਤਾ ਸੀਗਾ। ਜਿਵੇਂ ਸਾਡੇ ਮਹਾਰਾਜਾ ਦੇ ਸੁਪੁੱਤਰ ਤੇ ਛੱਜਾ ਸੁੱਟ ਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰਿਆ ਗਿਆ। ਉਹਨਾਂ ਦੇ ਬੱਚਿਆਂ ਨਾਲ ਜੋ ਕੁਝ ਹੋਇਆ ਇਤਿਹਾਸ ਤੋਂ ਆਪ ਸਭ ਜਾਣੂ ਹੋ। ਲੇਕਿਨ ਇਹ ਆ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਫਿਰ ਉਹਨਾਂ ਨੇ ਉਹ ਲੋਕ ਕਾਮਯਾਬ ਹੋ ਗਏ ਸਨ। ਜੀ, ਤੇ ਨਾਲ ਇਹਦੇ ਵਿੱਚ ਇੱਕ ਜਦੋਂ ਰਾਜ ਖੁੱਸ ਗਿਆ, ਪਰ ਜਿਸ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਕਰਦੇ ਪਏ ਸਨ ਤਾਂ ਇੱਕ ਦਿਨ ਉਹਨਾਂ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਇੱਕ ਐਸੀ ਗੱਲ ਕਰ ਦਿੱਤੀ ਸੀ ਕਿ ਕੋਈ ਐਸਾ, ਕਿਉਂਕਿ ਜੇ ਆਪਾਂ ਦੇਖਿਆ 1708 ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਨੇ ਤੇ 1780 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਹੈ, ਲਗਭਗ 78 ਸਾਲ ਬਾਅਦ। 72 ਸਾਲ ਬਾਅਦ। 72 ਹਾਂਜੀ। ਮਾਫੀ 72 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਹੈ। ਪਰ ਉਸ ਸਮੇਂ ਰਾਜ ਦੇ ਵਿੱਚ ਇੱਕ ਉਹਨੇ ਬੜੀ ਵਧੀਆ ਗੱਲ ਆਪਣੇ ਰਾਜ ਸਭਾ ਦੇ ਵਿੱਚ ਕਹਿ ਦਿੱਤੀ ਸੀਗੀ ਕਿ ਕੋਈ ਹੈਗਾ ਐਸਾ ਗੁਰਸਿੱਖ ਜਿਹਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ, ਮੈਨੂੰ ਉਹ ਗੁਰਸਿੱਖ ਚਾਹੀਦਾ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ, ਉੱਥੋਂ ਮਿਲਣਾ ਚਾਹੁੰਦਾ ਵਾਂ। ਤਾਂ ਮਤਲਬ ਇੱਕ ਵਿਲੱਖਣਤਾ ਸੀ ਉਸ ਰਾਜੇ ਦੀ, ਰਾਜਾ ਹੋ ਕੇ ਵੀ ਇੰਨੀ ਨਿਮਰਤਾ ਦਾ ਮਾਲਿਕ ਸੀ, ਇੰਨਾ ਦਿਆਲੂ ਸੀ ਉਹ ਰਾਜਾ। ਤਾਂ ਫਿਰ ਕਿਸੇ ਨੇ ਕਹਿ ਦਿੱਤਾ ਕਿ ਹਾਂ ਕਿਸੇ ਪਿੰਡ ਵਿੱਚ ਕੋਈ ਗੁਰਸਿੱਖ ਰਹਿੰਦਾ ਹੈ, ਉਸਨੇ ਗੁਰੂ ਕਲਗੀ, ਉਹ ਕਾਫੀ ਬਜ਼ੁਰਗ ਨੇ ਤੇ ਉਸਨੇ ਦਰਸ਼ਨ ਕੀਤੇ ਨੇ। ਤਾਂ ਫਿਰ ਮੈਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਘੋੜ ਸਵਾਰੀਆਂ ਤੇ ਹਾਥੀ ਸਵਾਰੀ ਭੇਜੀ ਸਨ ਤੇ ਉਹਨੂੰ ਬੜੇ ਹੀ ਸਤਿਕਾਰ ਦੇ ਨਾਲ ਕਹਿੰਦੇ ਦਰਬਾਰ ਦੇ ਵਿੱਚ ਲੈ ਕੇ ਆਏ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੇ ਜਦੋਂ ਬਜ਼ੁਰਗ ਆ ਕੇ ਖੜ ਗਏ, ਉਹਨਾਂ ਨੂੰ ਪਹੁੰਚਾਇਆ ਉੱਥੇ, ਤੇ ਮਹਾਰਾਜਾ ਕਹਿੰਦੇ ਨੇ ਰਣਜੀਤ ਸਿੰਘ ਆਪਣੇ ਸਿੰਘਾਸਨ ਤੋਂ ਉੱਠ ਗਏ। ਇਹ ਦੇਖੋ ਨਿਮਰਤਾ, ਐਸੀ ਨਿਮਰਤਾ ਹੁੰਦੀ ਹੈ ਰਾਜੇ ਦੇ ਅੰਦਰ। ਕਹਿੰਦੇ ਨੇ ਸਿੰਘਾਸਨ ਤੋਂ ਉੱਠ ਕੇ ਤੇ ਉਹ ਜਾ ਕੇ ਉਸ ਬਜ਼ੁਰਗ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਮੱਥਾ ਟੇਕ ਕੇ ਉਹਨੂੰ ਪਿਆਰ ਕੀਤਾ। ਜੀ ਬਿਲਕੁਲ। ਉਹਨੂੰ ਪਿਆਰ ਕੀਤਾ, ਮੱਥਾ ਟੇਕੇ ਕਿ ਤੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ, ਉਹਦੇ ਹੱਥਾਂ ਪੈਰਾਂ ਨੂੰ ਚੁੰਮਿਆ, ਭਾਗ ਤੇਰੇ ਵਿੱਚੋਂ ਕਹਿੰਦਾ ਮੈਂ ਕਲਗੀਧਰ ਦੇ ਦਰਸ਼ਨ ਕਰਨਾ ਪਿਆ। ਜਿਸ ਰਾਜੇ ਦੀ ਇਤਨੀ ਵਧੀਆ ਉਹਦੀ ਸੋਚ ਹੋਵੇ ਤੇ ਉਸਨੂੰ ਜਿਹੜੇ ਅੱਜ ਜੋ ਕਿ ਇਤਿਹਾਸਕਾਰ ਨੇ ਜਿਹੜੀਆਂ ਲਿਖਤਾਂ ਇਤਿਹਾਸ ਨੂੰ ਵਿਗਾੜ ਕੇ ਮਹਾਰਾਜਾ ਦੇ
ਜੀਵਨ ਨੂੰ ਖਰਾਬ ਕਰਦੇ ਨੇ, ਤਾਂ ਸੋਚੋ ਆਪਾਂ ਕਿਹੜੇ ਪਾਸੇ ਜਾਣਾ ਹੈਗਾ ਹੈ। ਉਹ ਰਾਜਾ ਐਸਾ ਸੀ ਜਿਹਨੇ ਸਿੱਖੀ ਵੀ ਕਮਾਈ, ਰਾਜ ਵੀ ਵਧੀਆ ਕਮਾਇਆ, ਲੋਕਾਂ ਦੇ ਦਿਲਾਂ 'ਚ ਹੀ ਸ਼ੇਰੇ ਪੰਜਾਬ ਨੇ ਰਾਜ ਕੀਤਾ। ਤੇ ਉਸ ਰਾਜੇ ਨੇ, ਤੇ ਉਸ ਬਜ਼ੁਰਗ ਨੂੰ ਕਿਹਾ ਜਾਂਦਾ ਭਾਈ ਸਾਹਿਬ ਜੀ ਕਿ ਮਹਾਰਾਜਾ ਰਣਜੀਤ ਸਿੰਘ ਆਪ ਸਿੰਘਾਸਣ ਤੋਂ ਉਤਰ ਕੇ ਉਸ ਬਜ਼ੁਰਗ ਨੂੰ ਸਿੰਘਾਸਣ ਤੇ ਕਹਿੰਦੇ ਉਸ ਸਮੇਂ ਉਹਨੇ ਬਿਠਾਇਆ ਸੀਗਾ ਕਿ ਜੀ ਤੂੰ ਬਿल्कुल ਕਦੇ ਸਾਡੇ ਦਰਸ਼ਨ ਕੀਤੇ ਨੇ। बिल्कुल बिल्कुल बिल्कुल। ऐसे शेरे पंजाब ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। ਛੋਟੀ ਉਮਰ 13 ਸਾਲ ਦੀ ਉਮਰ ਵਿੱਚ ਰਾਜ ਤੇ ਬੈਠਣਾ, ਰਾਜ ਕਾਇਮ ਕਰਨਾ, ਦੁਨੀਆ ਦੇ ਲੋਕਾਂ ਨੂੰ ਆਪਣੇ ਹੱਥੀਂ ਲੈਣਾ, ਅਦਾਲਤ ਖੋਲਣੀ, ਅਦਾਲਤ 'ਚ ਬੈਠ ਕੇ ਨਿਆਂ ਚੰਗੇ ਫੈਸਲੇ ਕਰਨੇ, ਕੋਈ ਭੁੱਖਾ ਗਰੀਬ ਸੌਂਦਾ ਨਹੀਂ ਸੀਗਾ ਇਸ ਦੇ ਰਾਜ ਦੇ ਵਿੱਚ, ਕੋਈ ਫਾਂਸੀ ਨਹੀਂ ਸੀ ਹੁੰਦੀ। ਐਸੇ ਰਾਜ ਨੂੰ ਤਾਂ ਅਸੀਂ ਅੱਜ ਵੀ ਚਾਹੁੰਦੇ ਹਾਂ ਜੀ। ਬਸ ਜੀ ਇਹ ਜਿੱਥੇ ਇੱਕ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸੀਗਾ, ਜੀ ਉੱਥੇ ਇੱਕ ਬਹੁਤ ਵਧੀਆ ਗੁਰਸਿੱਖ ਵੀ ਸੀ। ਤੁਸੀਂ ਇਤਿਹਾਸ ਤੋਂ ਜਾਣੂ ਹੋ ਕਿ ਗੁਰੂ ਘਰਾਂ ਦੀ ਉਸਾਰੀ ਤਾਂ ਉਹਨੇ ਮਹਾਰਾਜਾ ਰਣਜੀਤ ਸਿੰਘ ਕਰਵਾਈ ਸੀਗੀ। ਜੀ ਜੇ ਅੱਜ ਉਹ ਸਮੇਂ ਉਹਨਾਂ ਗੁਰੂ ਅਸਥਾਨਾਂ ਦੀ ਉਹ ਸੇਵਾ ਨਾ ਕਰਵਾਉਂਦਾ, ਸ਼ਾਇਦ ਅੱਜ ਸਾਨੂੰ ਬਹੁਤ ਸਾਰੇ ਅਸਥਾਨ ਅੰਦਾਜ਼ੇ ਨਾਲ ਲੱਭਣੇ ਪੈਂਦੇ ਕਿ ਇੱਥੇ ਵੀ ਸਾਡੇ ਗੁਰੂ ਸਾਹਿਬ ਆਏ ਹੋਣਗੇ, ਇੱਥੇ ਵੀ ਸਾਡੇ ਗੁਰੂ ਸਾਹਿਬ ਬੈਠੇ ਹੋਣਗੇ। ਮੈਂ ਨਨਕਾਣਾ ਸਾਹਿਬ ਦੀ ਹੀ ਤੁਹਾਨੂੰ ਗੱਲ ਕਰਾਂਗਾ ਕਿ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲੀ ਲੀਲਾ ਸਾਹਿਬ, ਜਿੱਥੇ ਆਪ ਜੀ ਪੜ੍ਹਨ ਜਾਂਦੇ ਸਨ, ਜਿੱਥੇ ਆਪ ਜੀ ਬੱਚਾ ਖੇਡਿਆ ਕਰਦੇ ਸਨ, ਇਹ ਜੀ ਸਭ ਕਦੋਂ ਲੱਭਣੇ ਸਨ? ਗੁਰਦੁਆਰਾ ਮਾਲਜੀ ਸਾਹਿਬ, ਜਿੱਥੇ ਸਭ ਨੇ ਛਾਂ ਕਰ ਕੀਤੀ ਸੀ ਆਪ ਜੀ ਦੇ ਚਿਹਰੇ ਮੁਬਾਰਕ ਤੇ, ਔਰ ਜਿੱਥੇ ਆਪ ਜੀ ਦੇ ਪਸ਼ੂਆਂ ਨੇ ਕਿਸਾਨ ਦਾ ਖੇਤ ਚੱਲ ਰਿਹਾ ਸੀ, ਗੁਰਦੁਆਰਾ ਕਿਆਰਾ ਸਾਹਿਬ, ਇਹ ਆਪਾਂ ਨੂੰ ਕਦੋਂ ਲੱਭਣੇ ਸਨ? ਜੇ ਅਸਥਾਨ ਹੀ ਨਾ ਹੁੰਦੇ ਤੇ ਇਹਦਾ ਇਤਿਹਾਸ ਕਿੱਥੇ ਹੋਣਾ ਸੀਗਾ? ਬਿਲਕੁਲ ਪਰ ਮਹਾਰਾਜਾ ਰਣਜੀਤ ਸਿੰਘ ਨਾਲ ਜ਼ਿਆਦਤੀਆਂ ਵੀ ਬਹੁਤ ਹੋਈਆਂ। ਜੋ ਜਿਨ੍ਹਾਂ ਦੇ ਹੱਥ 'ਚ ਕਲਮ ਸੀ, ਉਹਨਾਂ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਇਲਾਕੇ ਦਾ ਹੀਰੋ ਲਿਖਿਆ, ਉੱਥੇ ਕਾਫੀ ਕੁਝ ਉਹਨਾਂ ਦੇ ਉੱਪਰ ਕਿੰਤੂ ਪ੍ਰੰਤੂ ਵੀ ਕੀਤਾ ਗਿਆ। ਗੱਲ ਕੀਤੀ ਔਰ ਕਿ ਇਸ ਦੇ ਜੋ ਕਸੂਰਵਾਰ ਨੇ ਕੋਈ ਹੋਰ ਨਹੀਂ, ਇਹਦੇ ਜੀ ਕਸੂਰਵਾਰ ਅਸੀਂ ਆਪ ਹਾਂ। ਅਸੀਂ ਆਪਣਾ ਇਤਿਹਾਸ ਆਪ ਕਿਉਂ ਨਹੀਂ ਲਿਖਦੇ? ਅਸੀਂ ਆਪਣੇ ਇਤਿਹਾਸ ਆਪ ਕਿਉਂ ਨਹੀਂ ਲਿਖਿਆ ਅੱਜ ਤੱਕ? ਅਸੀਂ ਆਪਣਾ ਇਤਿਹਾਸ ਕਿਉਂ ਲੋਕਾਂ ਕੋਲ ਲਿਖਵਾਉਂਦੇ ਹਾਂ? ਅਸੀਂ ਕਿਸੇ ਹੋਰ ਦੀ ਕਲਮ ਵੱਲ ਕਿਉਂ ਦੇਖਦੇ ਹਾਂ? ਬਿਲਕੁਲ ਸਹੀ ਗੱਲ ਹੈ ਕਿ ਅਸੀਂ ਆਪਣੇ ਅੰਦਰ ਕਹਿੰਦੇ ਫਰੀਦਾ ਕਾਲੇ ਲਿਖਣਾ ਦੇਖ, ਆਪਣੇ ਨੇ ਗਰੀਵਾਨ ਵੇ ਸਰਨੀਵਾ ਕਰਕੇ ਦੇਖ। ਅਸੀਂ ਲੋਕਾਂ ਦੇ ਪਾਸ ਅੱਜ ਵੀ ਕਲਮ ਲੈ ਕੇ ਸਾਡੇ ਜੀ ਅੱਜ ਵੀ ਆਪਾਂ ਦੇਖੀਏ ਸਾਡੇ ਪੰਜਾਬ ਵਿੱਚ, ਸਾਡੇ ਪੰਜਾਬੀਆਂ ਵਿੱਚ ਚੰਗੀ ਪੜ੍ਹੇ ਲਿਖੇ ਐਜੂਕੇਸ਼ਨ ਬੱਚੇ ਹੈਗੇ ਨੇ, ਉਹਨਾਂ ਨੂੰ ਇਤਿਹਾਸ ਦੇ ਬਾਰੇ ਜਾਣੂ ਹੋਣਾ ਚਾਹੀਦਾ, ਪੜ੍ਹਾਉਣਾ ਚਾਹੀਦਾ ਸੀ ਉਹਨਾਂ ਪਾਸੋਂ, ਤੇ ਲਿਖਾਉਣਾ ਚਾਹੀਦਾ ਇਤਿਹਾਸ। ਆਪਣੇ ਹੱਥੀਂ ਨਾਲ ਜਿਹੜੀ ਕਲਮ ਦੇ ਨਾਲ ਲਿਖਿਆ ਹੁੰਦਾ ਉਹ ਸੱਚ ਹੁੰਦਾ, ਦੂਜੇ ਨੇ ਤਾਂ ਫਿਰ ਕੁਛ ਨਾ ਕੁਛ ਮਨ ਘੜਤ ਕੜੀਆਂ ਵਿੱਚ ਲਿਖਣੀਆਂ ਹੁੰਦੀਆਂ ਨੇ। ਇੱਥੇ ਤੁਹਾਡੀ ਗੱਲ ਦੇ ਨਾਲ ਇੱਕ ਗੱਲ ਹੋਰ ਮੈਂ ਦਰਸ਼ਕਾਂ ਨੂੰ ਸਾਂਝੀ ਕਰਨੀ ਚਾਹਾਂਗੀ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਸੰਬੰਧ ਹੈ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਇੱਕ ਬੰਦਾ ਹੁੰਦਾ ਸੀਗਾ ਜਿਸਦਾ ਨਾਮ ਸੀ ਸੋਹਨ ਲਾਲ, ਤੇ ਉਹ ਸੋਹਨ ਲਾਲ ਜੋ ਦਰਬਾਰ ਦੇ ਵਿੱਚ ਬੈਠ ਕੇ ਡਾਇਰੀ ਨਵੀਸ ਸੀਗਾ, ਉੱਥੇ ਰੋਜ਼ਾਨਾ ਡਾਇਰੀ ਲਿਖਦਾ ਸੀਗਾ। ਕਿਹਾ ਜਾਂਦਾ ਹੈਗਾ ਕਿ ਉਹ ਡਾਇਰੀ ਫਾਰਸੀ ਦੇ ਵਿੱਚ ਲਿਖੀ ਹੋਈ ਹੈ, ਤੇ ਉਹ ਬੜੀ ਭਾਰੀ ਵੱਡੀ ਪੁਸਤਕ ਹੈ। ਕਹਿੰਦੇ ਨੇ ਉਸਦਾ ਜਿਹੜੀਆਂ ਲਿਖਤਾਂ ਨੇ 1469 ਤੋਂ ਲੈ ਕੇ 1849 ਤੱਕ ਦੇ ਹਾਲਾਤ ਉਸ ਪੁਸਤਕ ਦੇ ਵਿੱਚ ਦਰਜ ਨੇ। ਤੇ ਉਹ ਕਹਿੰਦੇ ਬਹੁਤ ਵੱਡੀ ਪੁਸਤਕ ਹੈ, ਤੇ ਪਤਾ ਨਹੀਂ ਅੱਜ ਉਹ ਪੁਸਤਕ ਕਿੱਥੇ ਹੋਵੇਗੀ ਕਿ ਜਿਹੜੇ ਸਾਡੇ ਇਤਿਹਾਸਕਾਰ ਨੇ ਜਾਂ ਸਾਹਿਤਕਾਰ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਤੇ ਕੁਝ ਲਿਖਣਾ ਚਾਹੁੰਦੇ ਨੇ ਜਾਂ ਪੜ੍ਹਨਾ ਚਾਹੁੰਦੇ ਨੇ, ਪਤਾ ਨਹੀਂ ਇਹ ਪੁਸਤਕ ਕਿੱਥੇ ਹੋਵੇਗੀ। ਪਰ ਜੇ ਅੱਜ ਨੂੰ ਦੇਖੀਏ ਤਾਂ ਸਾਨੂੰ ਕਿਸੇ ਨੂੰ ਫਾਰਸੀ ਵੀ ਨਹੀਂ ਆਉਂਦੀ ਹੈ, ਤੇ ਜੇ ਆਉਂਦੀ ਹੈ, ਜੇ ਫਾਰਸੀ ਆਉਂਦੀ ਹੋਏਗੀ ਤਾਂ ਪੰਜਾਬੀ ਨਹੀਂ ਆਉਂਦੀ ਹੋਏਗੀ। ਸੋ ਇਹ ਬੜੀ ਵੱਡੀ ਸਮੱਸਿਆ ਹੈਗੀ ਹੈ। ਸੋ ਤੇ ਇਸ ਪੁਸਤਕ ਦੇ ਬਾਰੇ ਮੈਂ ਵੀ ਪੜ੍ਹਦੀ ਪਈ ਸੀ ਕਿ ਇਹ ਪੁਸਤਕ ਹੈ, ਪੁਸਤਕ ਦੇ ਬਾਰੇ ਜਾਣਨਾ ਚਾਹੁੰਦੇ ਕਿ ਪੁਸਤਕ ਜਿਹੜੀ 1869 ਤੋਂ ਲੈ ਕੇ 1849 ਤੱਕ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਤੇ ਮਹਾਰਾਜਾ ਰਣਜੀਤ ਸਿੰਘ ਤੇ ਗੋਰਿਆਂ ਦੇ ਰਾਜ ਤੱਕ ਦੇ ਜਿਹੜੇ ਪੂਰੇ ਹਾਲਾਤ ਦਰਜ ਨੇ, ਇਹ ਪੁਸਤਕ ਫਾਰਸੀ ਦੇ ਵਿੱਚ ਕਿੱਥੇ ਹੈਗੀ ਹੈ? ਆਪ ਜੀ ਨੂੰ ਕੁਝ ਪਤਾ ਹੈ ਇਹਦੇ ਬਾਰੇ? ਨਹੀਂ ਜੀ, ਮੈਨੂੰ ਥੋੜੇ ਦਿਨ ਪਹਿਲੇ ਜਦੋਂ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 16 ਜੂਨ ਨੂੰ ਲਾਹੌਰ 'ਚ ਮਨਾਇਆ ਜਾ ਰਿਹਾ ਸੀਗਾ, ਜੀ ਉਸ ਸਮੇਂ ਮੈਨੂੰ ਮੌਕਾ ਮਿਲਿਆ ਜੀ ਉੱਥੇ ਲਾਹੌਰ ਦੇ ਮਿਊਜ਼ੀਅਮ ਦੇ ਵਿੱਚ ਪ੍ਰਕਾਸ਼ ਕਰਨ ਦਾ। ਜੀ ਮੈਂ ਪਹਿਲੇ ਵੀ ਕਈ ਵਾਰੀ ਮਿਊਜ਼ੀਅਮ ਗਿਆ ਜੀ, ਉੱਥੇ ਦਰਸ਼ਨਾਂ ਵਾਸਤੇ, ਜਿੱਥੇ ਕਿ ਸਿੱਖਾਂ ਵਾਸਤੇ ਉੱਥੇ ਵੀ ਅਲੱਗ ਗੈਲਰੀ ਬਣਾਈ ਗਈ ਹੈ, ਜਿਹਦੇ ਜੀ ਸਿੱਖ ਸਮੇਂ ਦੇ ਹਥਿਆਰ ਸਜਾਏ ਹੋਏ ਨੇ। ਸੋ ਉੱਥੇ ਇੱਕ ਮਹਾਰਾਜ ਦਾ ਸਰੂਪ ਸੀਗਾ, ਉਹਦੀ ਗਾਲਬਨ ਡੇਟ ਸੀਗੀ 1832, ਉਹਦੀ ਪ੍ਰਿੰਟਡ ਡੇਟ ਸੀਗੀ। ਔਰ ਉਸ ਸਮੇਂ ਜੋ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਸਨ, ਅੰਗਾਂ ਦੇ ਉੱਪਰ ਨਾ ਜੋ ਨੰਬਰ ਸੀਗੇ, ਉਹ 2 ਅੰਗ ਦੇ ਉੱਪਰ, ਯਾਨੀ ਇੱਕ ਪੂਰੇ ਸਫੇ ਦੇ ਉੱਪਰ ਉਹਨਾਂ ਦੇ ਗਿਣਤੀ ਮਿਣਤੀ ਕੀਤੀ ਜਾਂਦੀ ਸੀ। ਜਿਵੇਂ
1 2 3 4 ਸੀਗਾ। ਸੋ ਜੀ ਉਸ ਸਮੇਂ ਇੱਕ ਪੂਰੇ ਪੇਜ ਦਾ ਜਿਹੜਾ ਸੀਗਾ ਨਾ, ਪੂਰੇ ਪੇਜ ਦਾ 2 ਸਾਈਡਾਂ ਦਾ ਇੱਕ ਨੰਬਰ ਹੁੰਦਾ ਸੀਗਾ। ਜਿਹੜਾ ਨੈਕਸਟ ਜਿਹੜਾ ਸੈਕੰਡ ਸੀਗਾ, ਉਹ ਅਗਲੇ 2 ਪੇਜਾਂ ਦਾ। ਇਸ ਤਰ੍ਹਾਂ ਦੀ ਗਿਣਤੀ ਮਿਣਤੀ ਹੋਇਆ ਕਰਦੀ ਸੀ। ਜਾਂ ਸ਼ਾਇਦ ਉਸੇ ਸਰੂਪ ਦੇ ਉੱਪਰ ਮੈਂ ਦੇਖੇ ਸਨ, ਬਹੁਤ ਬਿਰਧ ਸੀ। ਉੱਥੇ ਬਹੁਤ ਕੁਛ ਸਿੱਖ ਗੈਲਰੀ ਦੇ ਵਿੱਚ ਸਿੱਖਾਂ ਬਾਰੇ ਪਿਆ ਹੈ। ਪਰ ਜਿਹੜੀ ਬੁੱਕ ਦਾ ਤੁਸੀਂ ਜ਼ਿਕਰ ਕੀਤਾ ਹੈ, ਮੈਂ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਦੋਂ ਵੀ ਮੈਨੂੰ ਮੌਕਾ ਮਿਲਿਆ ਆਪਣੇ ਲਾਹੌਰ ਦੇ ਮਿਊਜ਼ੀਅਮ ਦਾ, ਲਾਹੌਰ ਦੇ ਜੀ ਜੋ ਸ਼ਾਹੀ ਕਿਲ੍ਹਾ ਹੈ ਉੱਥੇ ਦਾ, ਜਾਂ ਹੋਰ ਜਿੱਥੇ ਵੀ ਸਾਡੇ ਜਿਹੜੇ ਪ੍ਰੇਮ ਕਰਨ ਵਾਲੇ ਲੋਕ ਹਨ, ਜਿਨ੍ਹਾਂ ਪਾਸ ਕੁਛ ਨਾ ਕੁਛ ਸਿੱਖ ਹਿਸਟਰੀ ਜਾਂ ਸਿੱਖ ਮਹਾਰਾਜਾ ਦੇ ਰਾਜ ਦੇ ਸਮੇਂ ਕੁਛ ਬੁੱਕਸ ਪਈਆਂ ਹਨ, ਕੁਛ ਹੋਰ ਪਿਆ ਹੈ, ਮੈਂ ਉਹਨਾਂ ਨਾਲ ਜ਼ਰੂਰ ਇਹ ਜ਼ਿਕਰ ਸਾਂਝਾ ਕਰਾਂਗਾ। ਜਿਸ ਦੇ ਬਾਰੇ ਕੋਈ ਮੈਨੂੰ ਜਾਣਕਾਰੀ ਮਿਲੀ, ਮੈਂ ਆਪ ਜੀ ਨਾਲ ਉਹ ਸ਼ੇਅਰ ਕਰਾਂਗਾ। ਜੀ ਬਿਲਕੁਲ ਜੀ, ਜ਼ਰੂਰੀ ਹੈ ਕਿਉਂਕਿ ਜਿੱਥੇ ਸਾਡਾ ਰਾਜ ਦੇ ਨਾਲ ਜਿਹੜੀ ਸ਼ਾਇਦ ਕਿ ਉਹ ਜਿਹੜੀ ਫਾਰਸੀ ਦੀ ਕਿਤਾਬ ਹੈ, ਜਿਹੜੀ ਸੋਹਣ ਲਾਲ ਨੇ ਰਾਜ ਦਰਬਾਰ ਦੇ ਵਿੱਚ ਲਿਖਦਾ ਸੀਗਾ, ਉੱਥੋਂ ਦਾ ਦਰਬਾਰੀ ਡਾਇਰੀ ਨਵੀਸ ਸੀਗਾ, ਉਸਨੇ ਲਿਖੀ। ਤੇ ਜੇ ਉਹਦੀ ਕਿਤਾਬ ਮਿਲ ਜਾਏ ਤੇ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 1849 ਤੱਕ ਸਾਰੀ ਜਿਹੜੀ ਵਿਸਥਾਰ ਸਾਹਿਤ ਹਾਲਾਤ ਨੇ, ਉਹ ਜਿਹੜੇ ਉਹਨੇ ਉੱਥੇ ਲਿਖੇ ਨੇ, ਉਹ ਸਾਨੂੰ ਪਤਾ ਵੀ ਲੱਗ ਸਕਦੇ ਨੇ। ਤੇ ਉਹਦੇ ਨਾਲ ਅਸੀਂ ਬਹੁਤ ਵਧੀਆ ਮੁਕਾਮ ਆਪਣੇ ਰਾਜ, ਆਪਣੇ ਬੱਚਿਆਂ ਨੂੰ ਅੱਗੇ ਦੇ ਸਕਦੇ ਹਾਂ। ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਖੁੰਝ ਗਿਆ, ਮਹਾਰਾਜਾ ਰਣਜੀਤ ਸਿੰਘ ਨੂੰ ਮਾਰਿਆ ਗਿਆ, ਖਤਮ ਕੀਤਾ ਗਿਆ। ਮਹਾਰਾਜਾ ਦਲੀਪ ਸਿੰਘ ਕੇਵਲ 15 ਸਾਲ ਦੇ ਸਨ, ਉਹਨਾਂ ਦੇ ਨਾਲ ਜੋ ਹੋਇਆ ਆਪ ਨੂੰ ਸਭ ਨੂੰ ਪਤਾ ਹੈ। ਸਿੱਖ ਰਾਜ ਖੁੰਝ ਗਿਆ, ਪਰਿਵਾਰ ਨਿਕਲ ਗਿਆ। ਮਾਰੀ ਜਿੰਦ ਕੌਰ ਜੀ ਤੇ ਜਿੰਨਾ ਤਸ਼ੱਦਦ ਹੋਇਆ, ਜੇ ਆਪਨੇ ਕਿਤਾਬਾਂ ਜਲਾਵਤਨ ਮਹਾਰਾਣੀ ਜਿੰਦ ਕੌਰ, ਜਲਾਵਤਨ ਮਹਾਰਾਜਾ ਦਲੀਪ ਸਿੰਘ ਦੀਆਂ ਕਿਤਾਬਾਂ ਪੜ੍ਹੋ, ਇਤਿਹਾਸ ਨਾਲ ਜੁੜਿਆ ਕਰੋ। ਉਹ ਜਿਹੜੀ ਕਿਤਾਬਾਂ ਨੇ ਨਾ, ਸਾਨੂੰ ਨਵਾਂ ਜੀਵਨ ਦੇ ਦਿੰਦੀਆਂ ਨੇ। ਸਾਨੂੰ ਮਾਣ ਹੁੰਦਾ ਕਿ ਅਸੀਂ ਉਸ ਰਾਜ ਦੇ ਮਾਲਕ ਸਾਂ, ਜਿਹੜੇ ਰਾਜ ਦੇ ਵਿੱਚ ਸ਼ੇਰੇ ਪੰਜਾਬ ਨੇ ਰਾਜ ਕੀਤਾ ਸੀ। ਅੰਦਰ ਇੱਕ ਜਨੂਨ, ਇੱਕ ਗੈਰਤ ਜਨਮ ਲੈ ਲੈਂਦੀ ਹੈ ਕਿ ਮੈਨੂੰ ਉਹੋ ਜਿਹਾ ਰਾਜ ਚਾਹੀਦਾ ਹੈਗਾ। ਸਿੱਖ ਕੌਮ ਤਾਂ ਹੈਗੀ ਅੱਜ ਵੀ। ਜੇ ਆਪਾਂ ਦੇਖਦੇ ਜਾਏ ਪੰਜਾਬ ਦੇ ਵਿੱਚ ਕਿੰਨੇ ਕੁ ਮਿਨਿਸਟਰ ਆਏ ਨੇ, ਕਿੰਨਾ ਕੁਝ ਹੋ ਗਿਆ ਪੰਜਾਬ ਦੇ ਵਿੱਚ। ਤੇ ਉਹੋ ਜਿਹਾ ਰਾਜ ਦੀ ਅੱਜ ਵੀ ਪੰਜਾਬ ਲੈਂਦਾ ਪੰਜਾਬ ਹੋਵੇ ਤੇ ਭਾਵੇਂ ਚੜ੍ਹਦਾ ਪੰਜਾਬ ਹੋਵੇ, ਉਸ ਪੰਜਾਬ, ਉਸ ਰਾਜ ਨੂੰ ਯਾਦ ਕਰਕੇ ਉਸ ਤੇ ਸੀਸ ਝੁਕਾਉਂਦੇ ਨੇ। ਸ਼ਾਇਦ ਉਹ ਰਾਜ ਵੀ ਐਸਾ ਸੀ, ਪਿਆਰਾ ਰਾਜ ਸੀ, ਤੇ ਜਿਸ ਨੂੰ ਅੱਜ ਵੀ ਸਾਰੇ ਯਾਦ ਕਰਦੇ ਨੇ ਤੇ ਉਸ ਨੂੰ ਦਿਲੋਂ ਚਾਹੁੰਦੇ ਨੇ ਕਿ ਉਹ ਰਾਜ ਵਾਪਸ ਮੁੜ ਆ ਜਾਵੇ। ਪਰ ਆਏਗਾ ਨਹੀਂ, ਆਵੇਗਾ ਜ਼ਰੂਰ। ਕੋਈ ਸੂਰਮਾ ਆਵੇਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਵਾਪਸ, ਤੇ ਉਹ ਰਾਜ ਜਿਹੜਾ ਕਿ ਸੱਚੇ ਦਿਲੋਂ ਉਸ ਰਾਜ ਨੂੰ, ਆਪਣੇ ਪੰਜਾਬ ਨੂੰ ਪਿਆਰ ਕਰੇਗਾ। ਉੱਠੇ ਸਨ ਸੂਰਮੇ, ਦੀਪ ਸਿੱਧੂ ਵਰਗੇ ਜਾਂ ਸਿੱਧੂ ਮੂਸੇਵਾਲੇ ਵਰਗੇ। ਇਹਨਾਂ ਦੀ ਮੌਤ ਦਾ ਬਹੁਤ ਦੁੱਖ ਹੈ। ਉੱਠਦੇ ਨੇ ਸੂਰਜ ਤੇ ਫਿਰ ਛਿਪ ਜਾਂਦੇ ਨੇ ਕਿਸੇ ਪਾਸੇ ਨੂੰ, ਤੇ ਇੱਕ ਦਿਨ ਇੱਕ ਨਵਾਂ ਸੂਰਜ ਫਿਰ ਚੜੇਗਾ। ਇਸ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀਆਂ ਬਣਾ ਕੇ ਸਭ ਨੂੰ ਖੁਸ਼ੀਆਂ ਦੇਵੇਗਾ। ਮੈਂ ਭਾਈ ਦਇਆ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਆਪ ਕੋਈ ਇੱਕ ਆਖਰੀ ਗੱਲ ਮਹਾਰਾਜਾ ਦੇ ਸ਼ਰਧਾਂਜਲੀ ਭੇਟ ਵਜੋਂ ਕਰਨਾ ਚਾਹੁੰਦੇ ਹੋ, ਜੋ ਰਹਿ ਗਈ ਹੋਵੇ ਕਰ ਸਕਦੇ ਹੋ। ਹਾਂਜੀ, ਮੈਂ ਇਹ ਦੱਸਾਂਗਾ ਕਿ ਤੁਸੀਂ ਦੇਖੋ, ਦੁਨੀਆ ਦੇ ਇਤਿਹਾਸ ਫਰੋਲ ਕੇ ਦੇਖੋ, ਕਦੀ ਕਿਸੇ ਮਹਾਰਾਜੇ ਦੇ, ਰਾਜੇ ਦੇ, ਬਾਦਸ਼ਾਹ ਦੇ, ਕਦੀ ਉਹਨਾਂ ਦੇ ਕੀ ਕਹਿੰਦੇ ਕਿ ਬਰਸੀਆਂ ਵੀ ਮਨਾਈਆਂ ਨਹੀਂ। ਕੋਈ ਦੇਖ ਲਓ, ਪੂਰੀ ਦੁਨੀਆ ਦਾ ਇਤਿਹਾਸ ਖੋਲ ਕੇ ਦੇਖ ਲਓ। ਅੱਜ ਜੀ ਮਹਾਰਾਜੇ ਨੂੰ ਸਾਡੇ ਤੋਂ ਵਿਛੜੇ ਹੋਏ ਪੌਣੇ 200 ਸਾਲ ਤੋਂ ਜ਼ਿਆਦਾ ਹੋ ਗਏ ਨੇ। ਜੀ ਅੱਜ ਦੇਖੋ, ਅੱਜ ਵੀ ਉਹਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਕਿਤੋਂ ਕਿਤੋਂ ਦੁਨੀਆ ਆਈ ਹੈ, ਕਿਤੇ ਕਿਤੇ ਉਹਨਾਂ ਨੂੰ ਮਨਾਉਣ ਵਾਸਤੇ, ਦਿਨ ਦਿਹਾੜੇ ਮਨਾਉਣ ਵਾਸਤੇ ਆ ਰਹੇ ਨੇ, ਔਰ ਵੱਡੀਆਂ ਵੱਡੀਆਂ ਰਕਮਾਂ ਲਾ ਰਹੇ ਨੇ ਉੱਥੇ ਪਹੁੰਚ ਕਰਕੇ। ਉਹਨਾਂ ਦੇ ਜੋ ਸਮਾਧ ਤੇ ਹਾਜ਼ਰੀਆਂ ਭਰਦੇ ਨੇ। ਅਖੰਡ ਪਾਠ ਸਾਹਿਬ ਦੇਖੋ, ਇਹ ਪਾਕਿਸਤਾਨ ਦੇ ਗੁਰੂ ਨਾਨਕ ਦੇਵ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਉਹਨਾਂ ਦੇ ਉਹਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ 21 ਤਰੀਕ ਦਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਜੀ ਜਿੱਥੇ ਮੇਰੇ ਗੁਰੂ ਨਾਨਕ ਨੇ ਪੰਜਾ ਲਾ ਕੇ ਉਸ ਇਲਾਕੇ ਨੂੰ ਸੈਰਾਬ ਕੀਤਾ ਪਾਣੀ ਦੇ ਨਾਲ। ਜੀ ਉੱਥੇ ਉਹਨਾਂ ਵਾਸਤੇ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਭੋਗ ਹੋਏ ਨੇ। ਅੱਜ ਉਸ ਸਥਾਨ ਤੇ ਭੋਗ ਪਏ ਨੇ ਜਿੱਥੇ ਆਪ ਜੀ ਦਾ ਅੰਤਮ ਸੰਸਕਾਰ ਹੋਇਆ ਸੀ। ਸੋ ਤੁਸੀਂ ਦੇਖੋ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਇਤਿਹਾਸ ਦੇ ਵਿੱਚ ਕਿਹੜਾ ਐਸਾ ਮਹਾਰਾਜਾ, ਰਾਜਾ, ਬਾਦਸ਼ਾਹ ਗੁਜ਼ਰਿਆ ਜਿੰਦੀ ਬਰਸੀ ਮਨਾਈ ਜਾ ਰਹੀ ਹੋਵੇ। ਸੋ ਇਹੀ ਉਹਨਾਂ ਦਾ ਗੁਰੂ ਘਰ ਨਾਲ ਪ੍ਰੇਮ ਸੀਗਾ ਕਿ ਅੱਜ ਦੇਖੋ ਉਹਨਾਂ ਨੂੰ, ਉਹਨਾਂ ਦੀ ਜੋ ਸਮਾਧ ਤੇ ਜਿਵੇਂ ਅਸੀਂ ਉਹਨਾਂ ਦਾ ਦਿਨ ਮਨਾਇਆ ਹੈ। ਜੀ ਸੋ ਇੱਕ ਆਪ ਮਿਸਾਲ, ਆਪਣੇ ਇੱਕ ਆਪ ਮਿਸਾਲ ਹੈ। ਬਿਲਕੁਲ, ਆਪਣੇ ਆਪ ਵਿੱਚ ਇੱਕ ਮਸਾਲਾ ਹੈ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਨਨਕਾਣਾ ਸਾਹਿਬ ਤੋਂ ਭਾਈ ਦਇਆ ਸਿੰਘ ਜੀ ਦਾ। ਜਿਹੜੀ ਕਵਿਤਾ ਜਿਸੇ
ਸ਼ਾਇਰ ਨੇ ਲਿਖਿਆ ਹੈ, ਕਹਿੰਦੇ ਗੋਰਾ ਪੁੱਛਦਾ ਸੀ ਛਾਤਰਾ ਦਿਮਾਗ ਨੂੰ, ਕਿੱਦਾਂ ਕਬਜ਼ੇ 'ਚ ਕਰਾਂ ਮੈਂ ਪੰਜਾਬ ਨੂੰ, ਤਿੱਖੇ ਖੁੰਡੀਆਂ 'ਚ ਖਿੜੇ ਹੋਏ ਗੁਲਾਬ ਨੂੰ, ਜਦੋਂ ਹੱਥ ਮੈਂ ਵਧਾਉਂਦਾ ਹੱਥ ਪਾੜਿਆ ਦਿਖਾਉਂਦਾ, ਜਾਂਦਾ ਉਤਰ ਨੇ ਪੈਗ ਪਈ ਸ਼ਰਾਬ ਦੇ, ਦਬ ਸੂਲ ਜਿਹਾ ਕੰਡਾ ਇੱਕ ਟੁੱਟਿਆ, ਗੋਰਾ ਕਰਕੇ ਹੌਂਸਲਾ ਉੱਠਿਆ, ਚਾਲਾਂ ਗੁੱਜੀਆਂ ਦਾ ਜਾਲ ਐਸਾ ਸੁੱਟਿਆ, ਸਭ ਮੂਰਖ ਬਣਾਤੇ ਭਾਈ ਭਾਈ ਹੀ ਲੜਾਤੇ, ਸਾਡੇ ਲਿਖਤੀ ਤਬਾਹੀ ਵਿੱਚ ਭਾਗ ਦੇ, ਕਾਹਦਾ ਰਣਜੀਤ ਸਿੰਘ ਸੌ ਗਿਆ, ਰੰਗਲਾ ਪੰਜਾਬ ਲੇਖ ਰੰਗਲੇ ਪੰਜਾਬ ਦੇ, ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਇਹ ਪੰਜਾਬ ਦਾ ਹਾਲ ਸੀ ਕਿ ਭਾਈ ਭਾਈ ਨੂੰ ਲੜਾ ਦਿੱਤਾ ਗਿਆ, ਭਾਈ ਭਾਈ ਦੇ ਅੰਦਰ ਦੁਸ਼ਮਣੀ ਪੈਦਾ ਕੀਤੀ ਗਈ, ਜਿਹੜੀ ਤੇਗ ਕੋਲੋਂ ਕੰਮ ਦਾ ਕੰਧਾਰ ਸੀ, ਉੱਚੀ ਖੰਘ ਦਾ ਨਾ ਦਿੱਲੀ ਦਰਬਾਰ ਸੀ, ਪੈਂਦੀ ਲੰਡਨ ਦੇ ਤੱਕ ਚਮਕਾਰ ਸੀ, ਫਿਰ ਉਹੀ ਤਲਵਾਰ ਚੱਲੀ ਵੀਰਾਂ ਦੇ ਵਿਚਕਾਰ, ਜਿੰਨੇ ਟੁਕੜੇ ਬੰਨਾ ਤੇ ਸੋਨੇ ਤਾਜ ਦੇ, ਕਾਹਦਾ ਰਣਜੀਤ ਸਿੰਘ ਸੌ ਗਿਆ, ਲੇਖ ਸੌ ਗਏ ਮੇਰੇ ਪੰਜਾਬ ਦੇ, ਕਾਹਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਰਾਣੀ ਜਿੰਦਾ ਤੇ ਕਮਾਇਆ ਡਾਢਾ ਕਹਿਰ ਸੀ, ਸਤਲੁਜ ਦਾ ਵੀ ਪਾਣੀ ਗਿਆ ਠਹਿਰ ਸੀ, ਉੱਠੀ ਜ਼ੈਲਮ ਬਿਆਸ ਰੋਣਾ ਲਹਿਰ ਸੀ, ਸਾਰੇ ਮਤ ਮਨਾਉਂਦੇ ਕੂੰਜ ਵਾਂਗ ਕੁਲਾਉਂਦੇ, ਪਾਣੀ ਰੋਣ ਲੱਗੇ ਰਾਵੀ ਤੇ ਚਨਾਬ ਦੇ, ਕਾਹਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਪੰਜਾਬ ਦੇ। ਅਗਲੇ ਪੈਰਾਗ੍ਰਾਫ ਵਿੱਚ ਕਹਿੰਦੇ, ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾਂ ਨੇ, ਮਹਾਰਾਜਾ ਦੇ ਬਨੋਟੀ ਦਿਲਦਾਰਾਂ ਨੇ, ਬਾਕੀ ਕੱਢਤੀ ਕਮਰ ਕਸਰ ਹੈ ਗਦਾਰਾਂ ਨੇ, ਪਾਲ ਸ਼ਮਲੇ ਦੇ ਰੋਵੇ ਲਿਖ ਕਵਿਤਾ ਨਾ ਹੋਵੇ, ਭਿੱਜੇ ਵਰਕੇ ਨੇ ਕਾਪੀ ਤੇ ਕਿਤਾਬ ਦੇ, ਕਾਹਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ, ਕਾਹਦਾ ਮਹਾਰਾਜਾ ਸੌ ਗਿਆ, ਲੇਖ ਸੌ ਗਏ ਮੇਰੇ ਰੰਗਲੇ ਪੰਜਾਬ ਦੇ। ਮਹਾਰਾਜੇ ਰੰਗਲੇ ਪੰਜਾਬ ਦੇ ਰਣਜੀਤ ਸਿੰਘ ਦਾ ਰਾਜ ਐਸਾ ਸੀ ਕਿ ਜਿਸ ਦਿਨ ਉਸਦੀ ਮੌਤ ਹੋਈ, ਜਿਸ ਦਿਨ ਉਹ ਸਿਵਾ ਦੇ ਵਿੱਚ ਗਿਆ, ਉਸ ਦਿਨ ਪੰਜਾਬ ਦਾ ਵੀ ਅੰਤ ਹੋ ਗਿਆ। ਉਸ ਤੋਂ ਬਾਅਦ ਫਿਰ ਆਪ ਜੀ ਨੂੰ ਪਤਾ ਹੈ ਕਿਵੇਂ ਪੰਜਾਬ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪੰਜਾਬ ਤੇ ਸਿਰਫ ਕਹਿਰ ਹੀ ਢਾਇਆ ਜਾ ਰਿਹਾ ਹੈ, ਪੰਜਾਬ ਤੇ ਸਿਰਫ ਜ਼ੁਲਮ ਹੀ ਹੋਈ ਜਾ ਰਹੇ ਨੇ, ਪੰਜਾਬ ਦੇ ਬੱਚਿਆਂ ਤੇ ਬੇਰੁਜ਼ਗਾਰੀ, ਤਾਲੀਮ, ਐਜੂਕੇਸ਼ਨ ਸਾਰੀ ਉੱਥੇ ਦੀ ਉੱਥੇ ਠੱਪ ਰਹਿ ਗਈ। ਫਿਰ ਨਾ ਇਹੋ ਜਿਹਾ ਰਾਜ ਮਿਲਿਆ, ਨਾ ਇਹੋ ਜਿਹਾ ਰਾਜਾ ਮਿਲਿਆ, ਨਾ ਵਾਪਸ ਕਦੀ ਇਹੋ ਜਿਹਾ ਸਿਸਟਮ ਬਣਾਇਆ, ਕਿਉਂਕਿ ਗੋਰਿਆਂ ਨੇ ਤੇ ਕਾਬਲ ਕਰਦਾਰ ਦੇ ਜਿਹੜੇ ਅਫਗਾਨ ਸਨ, ਮੁਗਲਾਂ ਨੇ ਐਸੀ ਅੰਦਰ ਪਾੜਤਾ ਪਾ ਦਿੱਤੀ, ਐਸੀ ਅੰਦਰ ਇੱਕ ਦੂਜੇ ਦੇ ਪ੍ਰਤੀ ਨਫ਼ਰਤਾਂ, ਰਾਜਨੀਤੀਆਂ ਘਾਟਤੀਆਂ, ਜਿਸ ਦੇ ਨਾਲ ਸਿੱਖ ਮੁੜ ਕੇ ਇੱਕ ਨਾ ਹੋ ਸਕਿਆ। ਤੇ ਅੱਜ ਵੀ ਇੱਕ ਨਹੀਂ, ਅਨੇਕ ਸੰਸਥਾਵਾਂ, ਅਨੇਕ ਜਥੇਬੰਦੀਆਂ, ਅਨੇਕ ਮਰਿਆਦਾਵਾਂ ਵੱਖਰੀਆਂ ਵੱਖਰੀਆਂ ਬਣ ਗਈਆਂ, ਸਿੱਖ ਰਾਜ ਕਾਇਮ ਨਾ ਹੋ ਸਕਿਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਭਾਈ ਦਇਆ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਾਂਗੀ। ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਰਹੇ ਹਾਂ, ਉਹਨਾਂ ਨੂੰ ਕੋਟਾਂ ਪ੍ਰਣਾਮ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ। ਧੰਨਵਾਦ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਆਪ ਜੀ ਦਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।